ਸਤਨਾਮ। ਵਾਹਿਗੁਰੂ ਸਾਹਿਬ ਜੀਓ। ਸੁਨ ਕੇ ਤਬ ਹੋਇਓ ਦਿਜ ਦੀਨ, ਦ્વੈ ਲੋਕਨ ਸੁਖ ਲਾਲ ਸਕੀਨ। ਬਿਨੈ ਸਹਿਤ ਬਚ ਕਹਿ ਬਨਾਏ, ਗੁਰ ਪ੍ਰਤਾਪ ਲਖ ਸੀਸ ਨਿਵਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬ ਸੁੱਖਾਂ ਦੇ ਦਾਤੇ ਸਤਿਗੁਰੂ, ਚੌਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੇ। ਗੁਰਬਾਣੀ ਕੀਰਤਨ ਦੇ ਰਾਹੀਂ ਪਰਮ ਪਿਤਾ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ, ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਰਾਤਰੀ ਦੇ ਦੀਵਾਨ 'ਚ ਹਾਜ਼ਰੀਆਂ ਭਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰੂ ਕੀ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਗੁਰਬਾਣੀ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਗੁਰੂ ਨਾਨਕ ਸਾਹਿਬ ਜੀ ਦੇ ਇਹ ਪਾਵਨ ਬਚਨ ਜੋ ਗੂਜਰੀ ਰਾਗ ਦੇ ਆਰੰਭ ਵਿੱਚ ਅੰਕਿਤ ਹਨ। ਤੇਰਾ ਨਾਮ ਕਰੀ ਚਰਨਾਠੀਆ ਜੇ ਮਨ ਉਰਸਾ ਹੋਏ, ਕਰਨੀ ਕੁੰਗੂ ਜੇਰੇ ਲੈ ਘਟ ਅੰਤਰ ਪੂਜਾ ਹੋਏ। ਪੂਜਾ ਕੀਚੈ ਨਾਮ ਧਿਆਈਐ, ਬਿਨ ਨਾਮੇ ਪੂਜ ਨ ਹੋਏ। ਬਾਹਰ ਦੇਵ ਖਾਲੀਐ, ਜੇ ਮਨ ਮੰਜੈ ਕੋਏ। ਜਿਉ ਲਹਿ ਜਿਉ ਮਾਂਜੀਐ, ਮੋਖ ਪਿਆਣਾ ਹੋਏ। ਪਸ਼ੂ ਮਿਲੇ ਚੰਗਿਆਈਆਂ, ਖੜਖਾਵੇਂ ਅੰਮ੍ਰਿਤ ਦੇਹ। ਨਾਮੇ ਹੋਣੇ ਆਦਮੀ ਤ੍ਰਿਕੀ, ਜੀਵਨ ਕਰਮ ਕਰੇ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਮਨੁੱਖ ਦੀ ਗੱਲ ਕਰਦੇ ਆ। ਮਨੁੱਖ ਨਾਲੇ ਤੇ ਪਸ਼ੂ ਹੀ ਚੰਗੇ ਨੇ, ਖਾਂਦੇ ਸੁੱਕੀ ਘਾਹ ਤੂੜੀ ਤੇ ਦਿੰਦੇ ਅੰਮ੍ਰਿਤ ਵਰਗਾ ਮਿੱਠਾ ਦੁੱਧ ਨੇ। ਮਨੁੱਖਾ ਜ਼ਿੰਦਗੀ ਉੱਤਮ ਹੈ। ਮਨੁੱਖ ਇਸ ਧਰਤੀ ਦਾ ਸਿਰਦਾਰ ਹੈ, ਪਰ ਜੋ ਕੰਮ ਸਿਰਦਾਰਾਂ ਵਾਲੇ ਕਰੇ ਤਾਂ ਹੀ ਹਨ। ਜੇ ਕੰਮ ਗਦਾਰਾਂ ਵਾਲੇ ਕਰੇਗਾ, ਪਸ਼ੂਆਂ ਵਾਲੇ ਕਰੇਗਾ, ਫਿਰ ਸਰਦਾਰ ਥੋੜ੍ਹਾ ਹੈ। ਮਨੁੱਖ ਸਾਰੀ ਧਰਤੀ ਦਾ ਉੱਤਮ ਵਿਅਕਤੀ ਸੀ, ਪਰ ਪੂਜਾ ਇਹ ਪਸ਼ੂਆਂ ਦੀ ਕਰਨ ਲੱਗ ਪਿਆ, ਪੂਜਾ ਇਹ ਪੱਥਰਾਂ ਦੀ ਕਰਨ ਲੱਗ ਪਿਆ, ਪੂਜਾ ਇਹ ਕਬਰਾਂ ਦੀ ਕਰਨ ਲੱਗ ਪਿਆ। ਸਤਿਗੁਰੂ ਜੀ ਅਜਿਹੇ ਵਿਅਕਤੀ ਨੂੰ ਇਹ ਗੱਲ ਕਹਿੰਦੇ ਨੇ ਕਿ ਜੇ ਪੂਜਾ ਕਰਨੀ ਰੱਬ ਦੀ ਕਰੋ। ਪੂਜਾ ਦਾ ਅਰਥ ਹੁੰਦਾ ਕਿਸੇ ਦਾ ਸਤਿਕਾਰ ਕਰਨਾ, ਜਿਵੇਂ ਵਿਧੀ ਬਣਾਈ, ਕੋ ਫੁੱਲ ਭੇਟ ਕਰਕੇ, ਕੋਈ ਚੰਦਨ ਭੇਟ ਕਰਕੇ, ਆਪੋ ਆਪਣੇ ਅਕੀਦੇ ਅਨੁਸਾਰ, ਤਰੀਕੇ ਅਨੁਸਾਰ। ਸਤਿਗੁਰੂ ਜੀ ਕਹਿੰਦੇ ਪੂਜਾ ਕਰਨੀ ਪਰਮਾਤਮਾ ਦੀ ਕਰੋ। ਪਰਮਾਤਮਾ ਦੀ ਪੂਜਾ ਹੈ ਪਰਮਾਤਮਾ ਦਾ ਨਾਮ ਜਪਣਾ। ਜੇ ਕੋਈ ਨਾਮ ਨਹੀਂ ਜਪਦਾ, ਭਾਵ ਪਰਮਾਤਮਾ ਦੇ ਪਿਆਰ 'ਚ ਨਹੀਂ ਜੁੜਦਾ, ਤੇ ਉਹ ਕੋਈ ਪੂਜਾ ਨਹੀਂ ਕਰ ਸਕਦਾ। ਜਿੰਨੇ ਮਰਜੀ ਦੀਵੇ ਬਾਲ ਕੇ ਆਰਤੀਆਂ ਕਰੀ ਜਾਏ, ਜਿੰਨੇ ਮਰਜੀ ਚੰਦਨ ਲਗਾਈ ਜਾਏ, ਜੋ ਮਰਜੀ ਕਰੀ ਜਾਏ, ਬਿਨ ਨਾਮੈ ਪੂਜ ਨਾ ਹੋਏ। ਨਾਮ ਤੋਂ ਬਿਨਾਂ ਜ਼ਿੰਦਗੀ ਅਕਾਰਤ ਹੈ। ਨਾਮ ਤੋਂ ਬਿਨਾਂ ਮਨੁੱਖ ਤੇ ਇਵੇਂ ਹੈ ਜਿਵੇਂ ਧੇਨ ਦੁੱਧੇ ਤੇ ਬਾਹਰੀ ਕਿਤੇ ਨਾ ਆਵੇ ਕਾਮ। ਗਊ ਦੁੱਧ ਨਾ ਦੇਵੇ ਤੇ ਉਹਦੀ ਕੋਈ ਕਦਰ ਨਹੀਂ। ਹਾਲਾਂਕਿ ਗਊ ਨੂੰ ਵਧੀਆ ਮੰਨਦੇ ਨੇ ਆਪਣੇ ਮੁਲਕ ਦੇ ਲੋਕ, ਤੇ ਮਾਤਾ ਵੀ ਕਹਿੰਦੇ ਨੇ ਕਿ, ਪਰ ਗਊ ਦੁੱਧ ਨਾ ਦੇਵੇ ਤੇ ਫਿਰ ਕੌਣ ਮਾਤਾ ਕਹਿੰਦਾ? ਫਿਰ ਤੇ ਗਊ ਸੜਕਾਂ ਤੇ ਰੁਲਦੀ ਫਿਰਦੀ ਹੈ। ਮਨੁੱਖ ਪਸ਼ੂ ਤੋਂ ਵੀ ਹੇਠਾਂ ਚੱਲ ਗਿਆ ਜੇ ਉਹ ਆਪਣੀ ਜ਼ਿੰਦਗੀ ਅੰਦਰ ਮਨੁੱਖੀ ਕਰਤੱਵ ਨਹੀਂ ਕਰਦਾ। ਪ੍ਰਮਾਤਮਾ ਦੇ ਨਾਮ ਦਾ ਅਰਥ ਇਹ ਹੈ ਕਿ ਉਸ ਪ੍ਰਮਾਤਮਾ ਦੇ ਇਸ ਪਰਉਪਕਾਰ ਨੂੰ ਚੇਤੇ ਕਰਦੇ ਹਾਂ ਕਿ ਸਾਨੂੰ ਜ਼ਿੰਦਗੀ ਮਿਲੀ ਹੈ ਮਨੁੱਖਾਂ ਵਾਲੇ ਕੰਮ ਕਰਨੇ। ਸਤਿਗੁਰੂ ਜੀ ਕਹਿੰਦੇ ਕਿ ਪ੍ਰਮਾਤਮਾ ਦੀ ਪੂਜਾ ਕਿਵੇਂ ਹੋਣੀ ਹੈ? ਜਦੋਂ ਅਸੀਂ ਬਾਹਰ ਪੂਜਾ ਕਰਦੇ ਹਾਂ, ਜਿਹੜੇ ਪੂਜਾ ਕਰਨ ਵਾਲੇ ਵੀਰ ਨੇ ਉਹ ਚੰਦਨ ਦੀ ਲੱਕੜੀ ਲੈਂਦੇ ਨੇ, ਪੱਥਰ ਤੇ ਉਹਨੂੰ ਉਰਸਾ ਕਹਿੰਦੇ, ਘਸਾਉਂਦੇ ਨੇ, ਉਹਦੇ ਨਾਲ ਤਿਲਕ ਲਗਾਉਂਦੇ ਨੇ, ਫੁੱਲ ਚੜਾਉਂਦੇ ਨੇ, ਹੋਰ ਜੋ ਵੀ ਉਹਨਾਂ ਦਾ ਢੰਗ ਤਰੀਕਾ ਕਰਦੇ ਨੇ। ਸਤਿਗੁਰੂ ਜੀ ਕਹਿੰਦੇ ਤੇਰਾ ਨਾਮ ਕਰੀ ਚਰਨਾਠੀਆ ਜੇ ਮਨ ਉਰਸਾ ਹੋਏ। ਚਰਨਾਠੀਆ ਦਾ ਅਰਥ ਕਿ ਚੰਦਨ ਦੀ ਲੱਕੜ। ਚੰਦਨ ਦੀ ਲੱਕੜ ਨੂੰ ਪੱਥਰ ਤੇ ਘਸਾਇਆ ਜਾਂਦਾ ਹੈ, ਸਿਲ ਤੇ ਘਸਾਇਆ ਜਾਂਦਾ ਹੈ ਪੂਜਾ ਕਰਨ ਦੇ ਲਈ। ਵਾਹਿਗੁਰੂ ਜੀ ਮੈਂ ਤੇਰੇ ਨਾਮ ਨੂੰ ਹੀ ਚੰਦਨ ਦੀ ਲੱਕੜ ਬਣਾਉਣਾ, ਮਨ ਨੂੰ ਮੈਂ ਉਹ ਉਰਸਾ ਪੱਥਰ ਬਣਾ ਲੈਣਾ, ਔਰ ਮਨ ਦੇ ਉੱਪਰ ਨਾਮ ਨੂੰ ਘਸਾਉਣਾ, ਭਾਵ ਮਨ ਨੂੰ ਨਾਮ ਨਾਲ ਜੋੜਦਾ। ਕਰਨੀ ਕੁੰਗੂ ਜੇ ਰਲੈ। ਕਰਨੀ ਦਾ ਅਰਥ ਹੈ ਮਨੁੱਖ ਦਾ ਕਿਰਦਾਰ, ਮਨੁੱਖ ਦਾ ਆਚਾਰ। ਬਾਹਰੋਂ ਮੈਂ ਕਰਾਂ ਪੂਜਾ ਤੇ ਦਿਨ 'ਚ 100 ਵਾਰੀ ਝੂਠ ਬੋਲਾਂ, ਬਾਹਰੋਂ ਮੈਂ ਕਰਾਂ ਪੂਜਾ ਤੇ ਰੱਜ ਕੇ ਬੇਈਮਾਨੀ ਕਰਾਂ, ਬਾਹਰੋਂ ਮੈਂ ਗੁਰੂ ਦੀ ਬਾਣੀ ਸੁਣਾਵਾਂ ਤੇ ਅੰਦਰੋਂ ਮੈਂ ਵਿਕਾਰੀ ਬਣਿਆ ਬੈਠਾ ਰਵਾਂ, ਉਹ ਤੇ ਕਿਸੇ ਅਰਥ ਨਹੀਂ ਨਾ। ਇਸ ਕਰਕੇ ਕਰਨੀ ਕੁੰਗੂ ਜੇ ਰਲੈ, ਜੇ ਮਨੁੱਖ ਦਾ ਸੱਚਾ ਸੁੱਚਾ ਕਿਰਦਾਰ ਨਾਲ ਰਲ ਜਾਏ। ਇਹ ਇਵੇਂ ਹੈ ਜਿਵੇਂ ਕੇਸਰ ਹੁੰਦਾ ਹੈ, ਕੁੰਗੂ ਹੁੰਦਾ ਹੈ, ਫਿਰ ਘਟੰਤਰ ਪੂਜਾ ਹੋਏ, ਬਾਹਰ ਜਾਣ ਦੀ ਲੋੜ ਹੀ ਨਹੀਂ, ਹਿਰਦੇ 'ਚ ਹੀ ਪੂਜਾ ਹੋਣੀ ਸ਼ੁਰੂ ਹੋ ਜਾਂਦੀ ਹੈ।
ਉਹ ਠਾਕੁਰ ਤਾਂ ਸਾਡੇ ਹਿਰਦੇ 'ਚ ਬੈਠਾ ਹੈ। ਬਾਹਰ ਕਿਹਦੀ ਪੂਜਾ ਕਰਨ ਜਾਂਦੇ? ਬਾਹਰ ਦੇਵ ਬਖਾਲੀ ਹੈ ਜੇ ਮਨ ਧੋਵੇ ਕੋਏ। ਸਤਿਗੁਰੂ ਜੀ ਕਹਿੰਦੇ ਬਾਹਰ ਜਾ ਕੇ ਦੇਵਤਿਆਂ ਦੀ ਪੂਜਾ ਕਰਦੇ ਆ, ਕੋਈ ਉਹਨਾਂ ਨੂੰ ਨਵਾਉਂਦਾ ਹੈ, ਕੋਈ ਫੁੱਲ ਚੜਾਉਂਦਾ ਹੈ, ਕਿਤੇ ਆਪਣੇ ਮਨ ਨੂੰ ਹੀ ਧੋ ਲਈਏ ਆਪਾਂ। ਮਨ ਵੀ ਦੇਵਤਾ ਹੀ ਹੈ। ਜੇ ਮਨ ਧੋਵੇ ਕੋਏ, ਸਤਿਗੁਰੂ ਜੀ ਕਹਿੰਦੇ ਜੇ ਕਿਤੇ ਕੋ ਮਨ ਨੂੰ ਧੋ ਲਵੇ, ਝੂਠ ਲਹੈ ਜੀਉ ਮਾਂਜੀ ਹੈ, ਮੋਖ ਪਿਆਣਾ ਹੋਏ। ਮਨੁੱਖ ਦੇ ਅੰਦਰ ਦੀ ਝੂਠ ਮਿਟ ਜਾਏਗੀ। ਬਾਹਰ ਤਾਂ ਹਰ ਚੀਜ਼ ਜਿਹੜੀ ਉਹ ਝੂਠੀ ਹੈ, ਉੱਥੇ ਕੋਈ ਸੱਚੀ ਨਹੀਂ ਹੈ। ਅਸੀਂ ਸੋਚਦੇ ਫੁੱਲ ਭੇਟਾ ਕਰਾਂਗੇ ਰੱਬ ਦੀ ਪੂਜਾ ਹੋ ਜਾਏਗੀ, ਦੁੱਧ ਭੇਟਾ ਕਰਾਂਗੇ ਰੱਬ ਦੀ ਪੂਜਾ ਹੋ ਜਾਏਗੀ। ਸਾਡੇ 'ਚ ਵੀ ਰਿਵਾਜ ਚੱਲ ਗਿਆ ਜੀ ਦੁੱਧ ਨਾਲ ਧੋਵੋ ਫਿਰ ਬਹੁਤ ਪਵਿੱਤਰ ਹੋ ਜਾਂਦਾ ਹੈ। ਕਮਾਲ ਦੀ ਗੱਲ ਹੈ। ਗੁਰਬਾਣੀ ਤਾਂ ਕਹਿੰਦੀ ਦੁੱਧ ਤਾਂ ਝੂਠਾ ਹੈ, दूध ਤਾਂ बछरे थनों बिटारियो, फूल भवर जल मीन बेगारियो, माई गोविंद पूजा कहाँ ले चरामो। दुध तो झूठा है, बच्चे ने पीता, बच्चे ने पीता। अजकल असी होर तरीके लवले बच्चे नूं जिउंदे ही मार दिंदे, निके जन उदां ही इंजैक्शन ला के चोई जाओ। दुध कित्थों सुच्चा हो गया, फुੱਲ कित्थों सुच्चे हो गए। फुੱਲਾਂ ਦੇ ਉੱਪਰ पता नहीं किन्ने पतंगे बैठे ने, किन्ने होर जी बैठे ने, उत्थे ही वो खांदे ने, उत्थे अपनी शरीर क्रिया करते ने, वो कित्थों झूठे हो गए। कोई कहेगा पानी नाल धो लवांगे, पानी दे विच ते पहले ही कई जीव ने, पानी च मच्छियां गंदगी पाउंदियां ने, पानी कित्थों पवित्र है। पानी पवित्र नहीं है, कोई चीज़ पवित्र नहीं है। पवित्र ते मनुख ने उदों होना है जदों मन विचों बेईमानी मिट जाएगी, मन विचों उदों अवगुण मिट जाणगे। झूठ लहै जियो मानी मांजी है। सतगुरु जी कहते जदों अपने मन नूं मांज लोगे ना तो उदों तुहाडी झूठ मिट जाएगी। मोह पियाना होए, मुक्ति का दरवाजा आपे लभ जाएगा। बाहर किते पूजा करने की लोड़ नहीं है, बाहर किते भटकण की लोड़ नहीं है। अपने अंदरले देवते की पूजा करो, अंदर जिहड़ा देवता बैठा उन्होंने मांझो, उन्होंने धोवो। इस करके सतगुरु जी कहते जे असीं ये पूजा नहीं करते, साडे नालों ते पशु चंगे ने। पशु मिले चंगियाइयां खड़खावें अमृत दे। हुण पशु जिहड़ा है ना सुक्की घाह खा के अमृत वर्गा दुध दिंदा है। मनुख खाए ते 36 प्रकार के भोजन, तरह तरह के पाए कपड़े, वधिया रुतबियां ते रहे, वधिया सुख सहूलतां माणे, ते मनुख कदी जिंदगी च काम ही चजदा ना करे ते मनुख कित्थों है। पशु परोपकार करदा है, मनुख परोपकार ना करे। ये कोई काम नहीं कि मैं सारा दिन दुकान ते बैठा रहा जी बड़ा काम कीता ते मेरी लोड़ है ते मेरा स्वार्थ है। काम दा अर्थ है कि असीं मनुखता लई की कीता है, समाज लई की कीता है, दूजियां लई की कीता है। पशु जिहड़ा है जे दुध दिंदा अपने लई दिंदा, वो सानू दे दिंदा है। देखो प्रकृति कितना परोपकार हो रहा है मनुख की खातर। दरख्त जिहड़े ने वड्डे हुंदे ने, फल लगदा वो आप तो नहीं खांदे, वो ते साडे लई पैदा करदे ने। उदों कर्म गिणिया जाएगा जो असीं दूजियां लई करांगे। अपने लिए तो सारा दिन असीं भज्जे फिरदे हां, दिन रात भज्जे फिरदे हां, सारी जिंदगी भज्जे फिरदे, पर आपां दूजियां लई की करदे हां? जे नहीं करते अपने लिए जो मर्जी करिए। पशु मिले चंगियाइयां खड़खावें अमृत दे। पशु सुक्का घाह खा के अमृत वर्गा दुध दिंदे ने। नाम ही हुणे आदमी त्रिग जीवन कर्म करे। जे मनुख जिंदगी च नाम नाल जुड़ के परोपकारी नहीं बन सकिया तो सतगुरु जी कहते त्रिग है जो जिंदगी। वो जिन्ने मर्जी काम करी जाए, त्रिग है सब कुछ। वह खादा पीदा त्रिग है, वो कीते कम त्रिग ने। उदों ये साडे काम पवित्र होणगे जो असीं अपनी किरत करदियां पशुआं वांगू परोपकार करना भी सिख लवांगे, दूजियां दी खातर कुछ करांगे। कर्म का अर्थ है दूजियां दी खातर कुछ करना। अपनी रोजी रोटी लिए तो उद्यम करना साडा फर्ज है। पर कोई कहे जी मेरे को तो टाइम ही नहीं, मैं कदों सेवा करा। टाइम तो अपने आप निकल जाता है जो रब ने कढ़ना होंदा है। इस करके सतगुरु जी ने सानू समझाया है तुहाडे अंदर जिहड़ा देवता है उहदी पूजा करो। उहदी पूजा का तरीका यह है कि मन नूं तुसीं चंदन की लकड़ी बना लो, परमात्मा के नाम नूं पत्थर बना लो, मन नूं नाम दे नाल घसाओ, अंदर एक चंगा किरदार चंगा करैक्टर पैदा करो। बस इस तरीके नाल तुहाडा मन पवित्र हो जाएगा, परमात्मा की रहमत हो जाएगी। नेड़े है दूर ना जाणियो, नित सारे संभाले। प्रभ नूं किते दूर ना समझ बैठो, तुहाडे नेड़े ही है। वो नित साडी संभाल करदा है। इस करके वो परमात्मा जो नेड़े है उहदी रहमत नूं प्राप्त करन दा तरीका है मन करके उहदे नाम नाल जुड़िए, मन करके उहदे प्यार जुड़िए। नाम नाल जुड़न दा अर्थ है कि उहनूं चेते करदे हां, परोपकार वाले कर्म करिए, रब वाले कर्म करिए। सतगुरु जी मेहर करन, गुरु के ये पवित्र बचन साडे हिरदे च वसन जी। सतगुरु गुरु अमरदास जी महाराज के इतिहास विचों आप जी हर रोज़ कथा विचार श्रवण करते हो। वार्ता चल रही कि गुरु साहब जी गोइंदवाल साहब तो चल के तीर्थां ते विचरते लोगों को ज्ञान बख्शते हुए हरिद्वार गए ने। हरिद्वार तो वापस आउंदे आ सतगुरु सच्चे पातशाह जी ने को पंडित जी मिले ने।
ਅੱਜ ਤੋਂ ਕਈ ਸਾਲ ਪਹਿਲਾਂ ਵੀ ਸਤਿਗੁਰੂ ਜੀ ਨੂੰ ਮਿਲੇ ਸਨ। ਜਦੋਂ ਇੱਕ ਵਾਰ ਸਤਿਗੁਰੂ ਜੀ ਹਰਿਦੁਆਰ ਗਏ, ਸਤਿਗੁਰੂ ਜੀ ਆਰਾਮ ਕਰ ਰਹੇ ਸਨ ਕਿਸੇ ਜਗ੍ਹਾ ਤੇ। ਪੰਡਤ ਜੀ ਜਿਵੇਂ ਹੱਥ ਦੇਖਣ ਵਾਲੇ ਜੋਤਸ਼ੀ ਹੁੰਦੇ ਨੇ, ਇੱਕ ਹੁੰਦੀ ਸਮੁੰਦਰਕ ਵਿਦਿਆ। ਸਮੁੰਦਰਕ ਵਿਦਿਆ ਅਰਥ ਹੁੰਦਾ ਰੇਖਾ, ਹੱਥਾਂ ਦੀਆਂ, ਮੱਥੇ ਦੀਆਂ, ਪੈਰਾਂ ਦੀਆਂ ਰੇਖਾ ਨੂੰ ਜਾਣ ਕੇ ਆਉਣ ਵਾਲੇ ਮਨੁੱਖ ਦੇ ਜੀਵਨ ਬਾਰੇ ਕੁਝ ਕਹਿ ਦੇਣਾ। ਉਹ ਕਹਿ ਸਕਦੇ ਨੇ, ਪਰ ਇਹ ਨਹੀਂ ਹੈ ਕਿ ਮਨੁੱਖ ਦੇ ਉਹ ਭਾਗ ਬਣਾ ਦੇਣ। ਉਹ ਕਹਿ ਸਕਦੇ ਨੇ, ਇਹ ਨਹੀਂ ਹੈ ਕਿ ਮਨੁੱਖ ਨੂੰ ਆਪਣੇ ਕੰਮਾਂ ਦੇ ਨਾਲ ਰਾਜਾ ਬਣਾ ਦੇਣ ਜਾਂ ਕਿਸੇ ਨੂੰ ਰਾਜੇ ਤੋਂ ਉਹ ਨੀਵਾਂ ਕਰ ਦੇਣ। ਕਰ ਕੁਝ ਨਹੀਂ ਸਕਦੇ, ਸਿਰਫ ਦੱਸ ਸਕਦੇ ਨੇ। ਅੱਜ ਵੀ ਹੱਥ ਦੇਖਣ ਵਾਲੇ ਜੋਤਸ਼ੀ ਬਹੁਤ ਤੁਹਾਨੂੰ ਮਿਲਣਗੇ, ਹੋਰ ਕੁਝ ਕਰਨ ਵਾਲੇ। ਉਹ ਦੱਸ ਦੇਣਗੇ ਕਿ ਤੁਹਾਡੇ ਦਿਨ ਆਉਣ ਵਾਲੇ ਚੰਗੇ ਨੇ ਜਾਂ ਮਾੜੇ ਨੇ। ਜੇ ਚੰਗੇ ਨੇ ਤੇ ਉਹਨਾਂ ਨੂੰ ਉਹ ਮਾੜੇ ਨਹੀਂ ਬਣਾ ਸਕਦੇ, ਜੇ ਮਾੜੇ ਨੇ ਤੇ ਉਹਨਾਂ ਨੂੰ ਚੰਗੇ ਨਹੀਂ ਬਣਾ ਸਕਦੇ। ਮਾੜੇ ਤੇ ਉਹਨਾਂ ਦੇ ਆਪਣੇ ਵੀ ਹੁੰਦੇ ਰਹਿੰਦੇ ਨੇ, ਉਹਨਾਂ ਨੂੰ ਕਿਸੇ ਦੇ ਕੀ ਬਣਾਉਣੇ ਨੇ। ਇੱਕ ਵਿਦਿਆ ਹੈ, ਜਾਣਨ ਦੀ ਵਿਦਿਆ ਹੈ। ਪੰਡਤ ਜੀ ਨੇ ਸਤਿਗੁਰੂ ਜੀ ਦੇ ਚਰਨਾਂ ਦੀਆਂ ਰੇਖਾਵਾਂ ਦੇਖੀਆਂ। ਗੁਰੂ ਸਾਹਿਬ ਜੀ ਨੂੰ ਕਹਿਣ ਲੱਗਾ, ਤੁਸੀਂ ਆਉਣ ਵਾਲੇ ਸਮੇਂ 'ਚ ਨਾ ਕੋਈ ਮਹਾਨ ਵਿਅਕਤੀ ਬਣੋਗੇ, ਚੱਕਰਵਰਤੀ ਰਾਜੇ ਬਣੋਗੇ ਜਾਂ ਤੁਸੀਂ ਪੂਜਨੀਕ ਬਣੋਗੇ। ਤੁਹਾਡੇ ਸਿਰ ਤੇ ਛਤਰ ਝੁੱਲੇਗਾ, ਲੋਕੀ ਮੱਥੇ ਟੇਕਣਗੇ, ਤੁਹਾਡੀ ਬੜੀ ਪੂਜਾ ਹੋਏਗੀ। ਤੇ ਸਤਿਗੁਰੂ ਜੀ ਕਹਿਣਗੇ, ਪੰਡਤ ਜੀ ਜਦੋਂ ਹੋਏਗਾ ਦੇਖੀ ਜਾਏਗੀ, ਤੁਹਾਡੀ ਦਸ਼ਨਾ ਕੀ ਹੈ। ਕਿਉਂਕਿ ਪੰਡਤ ਜੀ ਦਸ਼ਨਾ ਲੈ ਕੇ ਹੱਥ ਦੇਖਦੇ ਨੇ। ਪੰਡਤ ਜੀ ਸੰਤੋਖ ਵਾਲੇ ਸਨ, ਸਿਆਣੇ ਸਨ, ਗਿਆਨਵਾਨ ਸਨ। ਕਹਿਣ ਲੱਗੇ ਕਿ ਮੈਂ ਦਸ਼ਨਾ ਲੈਣ ਲਈ ਇਹ ਗੱਲ ਨਹੀਂ ਦੱਸੀ, ਜੇ ਦੇਣੀ ਹੈ ਜਦੋਂ ਮੇਰੇ ਬਚਨ ਪੂਰੇ ਹੋਣਗੇ ਦੇਖੀ ਜਾਏਗੀ। ਸਤਿਗੁਰੂ ਜੀ ਆ ਗਏ, ਸਮਾਂ ਪਾ ਕੇ ਗੁਰੂ ਘਰ ਸੇਵਾ ਕੀਤੀ 12 ਸਾਲ। ਗੁਰਤਾ ਗੱਦੀ ਤੇ ਬੈਠ ਗਏ। ਫਿਰ ਮਨ ਬਣਾਇਆ ਕਿ ਲੋਕਾਂ ਨੂੰ ਗਿਆਨ ਦਈਏ ਕਿ ਤੀਰਥਾਂ ਤੇ ਜਾਣ ਦਾ ਮਕਸਦ ਕੀ ਹੈ। ਐਵੇਂ ਨਹਾਉਣ ਧੋਣ ਨਾਲ ਗੱਲ ਨਹੀਂ ਬਣਨੀ। ਤੀਰਥ ਉਦਮ ਸਤਿਗੁਰੂ ਕੀਆ, ਸਭ ਲੋਕ ਉਦਾਹਰਣ ਅਰਥਾ। ਲੋਕਾਂ ਦਾ ਉਦਾਰ ਕਰਨ ਦੇ ਲਈ ਸਤਿਗੁਰੂ ਜੀ ਇਹਨਾਂ ਤੀਰਥਾਂ ਤੇ ਗਏ। ਵਾਪਸੀ ਤੇ ਸਤਿਗੁਰੂ ਜੀ ਆਉਂਦੇ ਨੇ, ਇੱਕ ਥਾਂ ਭੀੜ ਜੁੜੀ ਹੈ। ਉਹ ਪੰਡਤ ਜੀ ਵੀ ਇੱਥੇ ਨੇੜੇ ਤੇ ਸਨ। ਪੰਡਤ ਦੁਰਗਾਦਾਸ ਜੀ ਇਹਨਾਂ ਦਾ ਨਾਮ ਹੈ। ਉਹਨਾਂ ਦੀ ਨਜ਼ਰ ਭੀੜ ਤੇ ਪੈਂਦੀ ਹੈ। ਪੁੱਛਦਾ ਹੈ ਕਿ ਵੀ ਕਾਹਦੀ ਭੀੜ ਹੈ। ਕਹਿਣ ਲੱਗੇ, ਜੀ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਤੇ ਬੈਠੇ ਤੀਸਰੇ ਗੁਰੂ ਅਮਰਦਾਸ ਜੀ ਆਏ ਹੋਏ ਨੇ। ਤੇ ਜਦੋਂ ਅਮਰਦਾਸ ਜੀ ਦਾ ਨਾਮ ਸੁਣਿਆ ਤੇ ਉਹਨਾਂ ਨੂੰ ਗੱਲ ਚੇਤੇ ਆ ਗਈ। ਆ ਕੇ ਦੇਖਣ ਦੇ ਲਈ ਭੀੜ ਦੇ ਵਿੱਚ ਦੂਰੋਂ ਪਛਾਣ ਲਿਆ। ਸਤਿਗੁਰੂ ਸਾਹਿਬ ਜੀ ਥੋੜੇ ਮਧਰੇ ਕੱਦ ਦੇ ਸਨ, ਬਹੁਤ ਵੱਡੇ ਨਹੀਂ ਸਨ। ਇਹਨੇ ਜਾਣ ਲਿਆ ਕਿ ਤੇ ਉਹੀ ਨੇ। ਹੁਣ 12 13 14 ਸਾਲ ਬਾਅਦ ਮਿਲੇ ਨੇ। ਪੰਡਤ ਜੀ ਵੀ ਬਜ਼ੁਰਗ ਨੇ, ਇਸ ਕਰਕੇ ਥੋੜਾ ਸਮਝ ਕੇ ਕਿ ਉਹੀ ਲੱਗਦੇ ਨੇ। ਨੇੜੇ ਚਲੇ ਗਏ, ਆਪਣੀ ਜਾਣ ਪਛਾਣ ਕਰਾਈ। ਮਹਾਰਾਜ ਜੀ, ਮੈਂ ਦੁਰਗਾ ਦੱਤ ਹਾਂ ਪੰਡਤ। ਅੱਜ ਤੋਂ ਕਈ ਸਾਲ ਪਹਿਲਾਂ ਮੈਂ ਮਿਲਿਆ ਸਾਂ, ਕੁਝ ਬਚਨ ਕਹੇ ਸਨ, ਮੇਰੇ ਉਹ ਬਚਨ ਸਫਲ ਹੋ ਗਏ ਨੇ। ਪੰਡਤ ਜੀ ਨੇ ਜੋ ਕਿਹਾ ਸੱਤ ਹੋ ਗਿਆ। ਇਹ ਮੈਂ ਪਹਿਲਾਂ ਬੇਨਤੀ ਕੀਤੀ ਸੀ ਕਿ ਪੰਡਤ ਜੀ ਨੇ ਸਤਿਗੁਰੂ ਜੀ ਦੇ ਭਵਿੱਖ ਬਾਰੇ ਦੱਸਿਆ ਕਿ ਤੁਸੀਂ ਬਣੋਗੇ, ਪਰ ਪੰਡਤ ਜੀ ਨੇ ਨਹੀਂ ਬਣਾਇਆ ਜਾਂ ਪੰਡਤ ਜੀ ਨੇ ਨਹੀਂ ਗੁਰਤਾ ਗੱਦੀ ਤੇ ਬਿਠਾਇਆ। ਪੰਡਤ ਤੇ ਵਿਚਾਰਾ ਆਪ ਦਲਿੱਦਰ ਦਾ ਮਾਰਿਆ, ਉਹਨੇ ਕਿਸੇ ਨੂੰ ਕੀ ਬਿਠਾਉਣੇ। ਉਹ ਆਪ ਦੇਖੋ ਨਾ, ਥੋੜੇ ਥੋੜੇ ਪੈਸੇ ਦੇ ਕੇ ਹੱਥ ਦੇਖ ਕੇ ਪੈਸੇ ਲੈਂਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣਗੇ, ਪੰਡਤ ਜੀ ਯਾਦ ਆ ਗਿਆ, ਤੁਹਾਡੀ ਦਸ਼ਨਾ ਰਹਿੰਦੀ, ਮੰਗ ਲਓ ਕੀ ਚਾਹੀਦਾ। ਗਰੀਬ ਨਿਵਾਜ ਸਤਿਗੁਰੂ ਜੀ ਨੇ ਮੰਗਣ ਲਈ ਕਿਹਾ। ਪੰਡਤ ਜੀ ਬਹੁਤ ਸੂਝਵਾਨ ਸਨ, ਸਿਆਣੇ ਸਨ, ਵਡਭਾਗੀ ਸਨ। ਸੋਚਦੇ ਕਿ ਜੇ ਇਹਨਾਂ ਪਾਸੋਂ ਮੈਂ ਦੁਨੀਆ ਦਾ ਪੈਸਾ ਮੰਗ ਲਿਆ, ਠੀਕ ਹੈ, ਦੁਨੀਆ ਦਾ ਦਲਿੱਦਰ ਮੇਰਾ ਕੱਟਿਆ ਜਾਏਗਾ, ਗਰੀਬੀ ਕੱਟੀ ਜਾਏਗੀ, ਪਰ ਮੇਰਾ ਪ੍ਰਲੋਕ ਵਧੀਆ ਨਹੀਂ ਬਣੇਗਾ। ਜੇ ਮੈਂ ਪ੍ਰਲੋਕ ਦਾ ਹੀ ਸੁੱਖ ਮੰਗ ਲਿਆ ਤੇ ਇੱਥੇ ਮੈਨੂੰ ਕੀ ਫਾਇਦਾ ਹੋਣਾ। ਇੱਥੇ ਤਾਂ ਗਰੀਬੀ ਰਹਿਣੀ, ਇਹਨਾਂ ਦਲਿੱਦਰ 'ਚ ਘਿਰਿਆ ਹੀ ਰਵਾਂਗਾ ਜਿਵੇਂ ਹੁਣ ਹਾਂ। ਫਿਰ ਉਹ ਹੱਥ ਜੋੜ ਕੇ ਸਤਿਗੁਰੂ ਜੀ ਦੇ ਅੱਗੇ ਖੜਾ ਹੋ ਗਿਆ। ਜੋ ਬੇਨਤੀ ਕਰਦਾ, ਇਹ ਵਾਰਤਾ ਅੱਜ ਆਪਾਂ ਨੇ ਸਰਵਣ ਕਰਨੀ ਹੈ। ਅਸੀਂ ਵੀ ਗੁਰੂ ਪਾਸੋਂ ਮੰਗਦੇ ਹਾਂ, ਪਰ ਮੰਗਣਾ ਕਿਵੇਂ, ਇਹ ਜਾਚ ਇਸ ਪੰਡਤ ਜੀ ਪਾਸੋਂ ਸਿੱਖੀ ਜਾਏ। ਕਿਉਂਕਿ ਜੋ ਕੁਝ ਅਸੀਂ ਮੰਗਦੇ ਹਾਂ, ਮੰਗਣ ਤੋਂ ਬਾਅਦ ਫਿਰ ਮੰਗਣ ਦੀ ਹੋਰ ਲੋੜ ਪੈ ਜਾਂਦੀ ਹੈ, ਹੋਰ ਲੋੜ ਪੈ ਜਾਂਦੀ ਹੈ। ਮੰਗਣਾ ਮੁੱਕਦਾ ਹੀ ਨਹੀਂ ਸਾਡੀ ਜ਼ਿੰਦਗੀ ਵਿੱਚੋਂ। ਇਸ ਕਰਕੇ ਮੰਗਣਾ ਕੀ ਹੈ, ਕਿਵੇਂ ਮੰਗਣਾ, ਕਿਹਦੇ ਕੋਲੋਂ ਮੰਗਣਾ। ਜੇ ਕਿਤੇ ਇਹ ਮੰਗਣਾ ਆ ਜਾਏ, ਇਹ ਜਾਚ ਆ ਜਾਏ, ਫਿਰ ਮੰਗ ਨਾ ਮੰਗਣ ਨੀਕਾ ਹਰ ਜਸ ਗੁਰਤੇ ਮੰਗਣਾ। ਮੰਗਣਾ ਮਾੜੀ ਗੱਲ ਨਹੀਂ ਹੈ। ਜ਼ਿਆਦਾਤਰ ਅਸੀਂ ਕਹਿੰਦੇ ਜੇ ਮੰਗਣਾ ਮਾੜੀ ਗੱਲ ਹੈ। ਮੰਗਣਾ ਮਾੜੀ ਗੱਲ ਨਹੀਂ ਹੈ ਜੇ ਮੰਗਣਾ ਆਉਂਦਾ ਹੋਵੇ ਕਿ ਮੰਗਣਾ ਕਿਹਦੇ ਕੋਲੋਂ ਹੈ, ਮੰਗਣਾ ਕੀ ਹੈ, ਮੰਗਣਾ ਕਿਵੇਂ ਹੈ, ਫਿਰ ਮੰਗਣਾ ਮੰਗਣ ਨੀਕਾ ਬਣ ਜਾਂਦਾ ਹੈ। ਜਿਵੇਂ ਪੰਡਤ ਜੀ ਮੰਗਦੇ ਨੇ, ਆਓ ਆਪਾਂ ਇਹ ਵਾਰਤਾ ਸਰਵਣ ਕਰੀਏ। ਗੁਰੂ ਪਿਆਰ 'ਚ ਜੁੜਦੇ ਹਾਂ, ਮਨ ਬਿਰਤੀਆਂ ਨੂੰ ਟਿਕਾਉਂਦੇ ਹਾਂ, ਮੁਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ। ਸੁਨ ਕੇ ਤਬ ਹੋਇਓ ਦਿਜ ਦੀਨ, ਦੈ ਲੋਕਨ ਸੁਖ ਲਾਲ ਸਕੀਨ। ਪੰਡਤ ਜੀ ਸਤਿਗੁਰੂ ਜੀ ਨੇ ਜਦੋਂ ਕਿਹਾ ਮੰਗ ਲਓ ਕੀ ਚਾਹੀਦਾ ਭਾਈ, ਪੰਡਤ ਜੀ ਚੁੱਪ ਕਰ ਗਏ, ਸੋਚਣ ਲੱਗ ਪਏ, ਸੋਚਾਂ 'ਚ ਪੈ ਗਏ। ਤੇ ਕੁਝ ਚਿਰ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ, ਪੰਡਤ ਜੀ ਕੀ ਗੱਲ ਚੁੱਪ ਕਰ ਗਏ ਹੋ। ਬਿਨੈ ਸਹਿਤ ਬਚ ਕਹਿ ਬਨਾਏ, ਗੁਰ ਪ੍ਰਤਾਪ ਲਖ ਸੀਸ ਨਿਵਾਏ। ਪੰਡਤ ਜੀ ਨੇ ਬੜੇ ਨਿਮਰਤਾ ਸਹਿਤ ਸਤਿਗੁਰੂ ਜੀ ਕੋਲ ਬੇਨਤੀ ਕੀਤੀ।
ਉਹਨੇ ਦੇਖ ਲਿਆ ਕਿ ਇਹਨਾਂ ਦਾ ਪ੍ਰਤਾਪ ਬੜਾ ਵੱਡਾ ਹੈ, ਹਜ਼ਾਰਾਂ ਲੋਕੀ ਉਹਨਾਂ ਦੇ ਦਰਸ਼ਨ ਕਰਨ ਲਈ ਆਉਂਦੇ ਨੇ। ਗੁਰੂ ਨਾਨਕ ਸਾਹਿਬ ਜੀ ਦੇ ਨਾਮ ਨੂੰ ਕੌਣ ਨਹੀਂ ਸੀ ਜਾਣਦਾ। ਘਰ ਘਰ ਬਾਬਾ ਗਾਵੀਏ ਵੱਜਣ ਤਾਲ ਮਿਰਦੰਗਰ ਬਾਬਾ। ਬਾਬਾ ਨਾਨਕ ਜੀ ਦੀ ਤੇ ਘਰ ਘਰ ਚਰਚਾ ਹੋ ਗਈ। ਨਾਲੇ ਤੀਸਰੇ ਸਤਿਗੁਰੂ ਜੀ ਦੇ ਵੇਲੇ ਤੱਕ ਜੇ ਅਕਬਰ ਗੁਰੂ ਕੀ ਹਜ਼ੂਰੀ ਚੱਲ ਕੇ ਆਉਂਦਾ ਹੈ, ਜਿਹੜਾ ਉਸ ਵੇਲੇ ਦਾ ਸ਼ਹਿਨशाह ਹੈ ਦਿੱਲੀ ਦਾ, ਜੇ ਅਕਬਰ ਤੱਕ ਗੁਰੂ ਕੀ ਗੱਲ ਪਹੁੰਚਦੀ ਤੇ ਆਮ ਲੋਕਾਂ ਤੱਕ ਕਿਉਂ ਨਹੀਂ ਪਹੁੰਚਣੀ। ਇਸ ਕਰਕੇ ਸਿੱਖੀ ਵੈਸੇ ਵੀ ਦੇਸਾਂ ਪ੍ਰਦੇਸਾਂ 'ਚ ਪਸਰ ਗਈ ਸੀ। ਬਾਬਾ ਨਾਨਕ ਜੀ ਕਦੀ ਗਏ ਵੀ ਸਨ ਹਰਿਦੁਆਰ 'ਚ। ਇਸੇ ਤਰੀਕੇ ਦੇ ਨਾਲ ਪੰਡਤ ਨੇ ਸਤਿਗੁਰੂ ਜੀ ਦਾ ਪ੍ਰਤਾਪ ਦੇਖਿਆ, ਮਨ ਵਿੱਚ ਸੋਚਦਾ ਕਿ ਇਹਨਾਂ ਪਾਸੋਂ ਜੋ ਮੰਗਾਂਗਾ ਮਿਲ ਜਾਣੇ, ਪਰ ਜੇ ਮੈਂ ਦੁਨੀਆ ਹੀ ਮੰਗੀ ਦੀਨ ਨਾ ਮੰਗਿਆ ਤੇ ਤਾਂ ਵੀ ਗੱਲ ਨਹੀਂ ਬਣੀ, ਦੀਨ ਮੰਗਿਆ ਦੁਨੀਆ ਨਾ ਮੰਗੀ ਤਾਂ ਵੀ ਗੱਲ ਨਹੀਂ ਬਣੀ। ਕਹਿਣ ਲੱਗਾ ਮਹਾਰਾਜ ਜੀ ਮੈਂ ਬੇਨਤੀ ਕਰਦਾ ਹਾਂ, ਨਾਮ ਦੇ ਧਨ ਦੇ ਨਾ ਜਨ ਕੋ, ਧਨ ਬਹੀਨ ਜਗ ਜਨ ਜਗ ਨਾ ਸੁਹਾਏ। ਆਸਾ ਜੇ ਮੈਂ ਤੁਹਾਡੇ ਕੋਲੋਂ ਨਾਮ ਮੰਗ ਲਿਆ, ਪਰਮਾਤਮਾ ਦਾ ਪਿਆਰ ਹੀ ਮੰਗ ਲਿਆ ਤੇ ਦੁਨੀਆ ਦਾ ਧਨ ਨਾ ਮੰਗਿਆ, ਤੇ ਧਨ ਤੋਂ ਬਿਨਾਂ ਤੇ ਦੁਨੀਆ 'ਚ ਸ਼ੋਭਾ ਨਹੀਂ ਹੁੰਦੀ। ਦੇਖੋ ਗੁਰਮਤਿ ਨੇ ਕਿਹਾ ਕਿਰਤ ਕਰੋ। ਕਿਰਤ ਕਰਨ ਦਾ ਅਰਥ ਹੈ ਤੁਸੀਂ ਕਿਰਤ ਕਰੋਗੇ ਤੁਹਾਡੇ ਕੋਲ ਪੈਸਾ ਆਏਗਾ। ਪੈਸੇ ਤੋਂ ਬਿਨਾਂ ਸਮਾਜਿਕ ਜੀਵਨ ਨਹੀਂ ਬਣਦਾ। ਗੁਰਬਾਣੀ ਇਹ ਗੱਲ ਕਹਿੰਦੀ ਹੈ, ਗ੍ਰਹਿ ਜਾ ਕੇ ਸ਼ੋਭਾ ਹੈ ਨਾਹੀਂ, ਆਵਤ ਪਈਆ ਖੁਦੇ ਜਾਹੇ। ਜਿਸ ਦੇ ਘਰ 'ਚ ਚਾਰ ਮਾਇਆ ਨੂੰ ਸ਼ੋਭਾ ਕਿਹਾ ਹੈ, ਜਿਸ ਦੇ ਘਰ 'ਚ ਦੁਨਿਆਵੀ ਧਨ ਨਹੀਂ ਹੈ, ਉਹਦੇ ਘਰ 'ਚ ਆਏ ਤੇ ਪ੍ਰਾਹੁਣੇ ਵੀ ਭੁੱਖੇ ਚਲੇ ਜਾਂਦੇ ਨੇ। ਉਹ ਕੀ ਸੇਵਾ ਕਰੇਗਾ? ਉਹ ਭੁੱਖਾ ਆ ਗਿਆ ਆਸ ਲੈ ਕੇ, ਉੱਥੋਂ ਉਹਨੂੰ ਰੋਟੀ ਨਹੀਂ ਮਿਲੀ ਤਾਂ ਉਹਨੂੰ ਹੋਰ ਦੁੱਖ ਲੱਗ ਜਾਏਗਾ। ਵਾਕੇ ਇਹਦੇ ਵਸੇ ਅੰਤਰ ਲਾਗੇ ਦੁੱਖ, ਉਹਦੇ ਅੰਦਰ ਤਾਂ ਦੁੱਖ ਲੱਗੇਗਾ। ਕਿਰਤ ਕਰਨ ਦਾ ਅਰਥ ਇਹ ਹੈ ਕਿ ਕਿਰਤ ਕਰੋਗੇ ਤੁਹਾਡੇ ਕੋਲ ਪੈਸਾ ਆਏਗਾ। ਪੈਸਾ ਆਉਣਾ ਜ਼ਰੂਰੀ ਹੈ। ਪੈਸੇ ਬਿਨਾਂ ਜ਼ਿੰਦਗੀ ਦੀ ਗੱਡੀ ਚੱਲਣੀ ਨਹੀਂ ਹੈ। ਇਹ ਜ਼ਿੰਦਗੀ ਇੱਕ ਬੇੜੀ ਦੀ ਨਿਆਈ ਹੈ। ਬੇੜੀ ਚੱਲਦੀ ਹੀ ਪਾਣੀ ਤੇ ਹੈ, ਰੇਤ ਤੇ ਨਹੀਂ ਚੱਲਣੀ ਉਹ ਬੇੜੀ। ਕੋਈ ਜੇ ਮੈਂ ਜੰਗਲ 'ਚ ਜਾ ਕੇ ਬੈਠ ਜਾਵਾਂਗਾ ਤਾਂ ਮੇਰੀ ਜ਼ਿੰਦਗੀ ਚੱਲ ਜਾਏਗੀ, ਠੀਕ ਹੈ, ਘਾਹ ਪੱਤੇ ਚਾ ਖਾ ਕੇ ਗੁਜ਼ਾਰਾ ਕਰ ਲੇਗਾ, ਕੀ ਕਰੇਗਾ? ਕਿਸੇ ਦਾ ਕੀ ਸਵਾਰੇਗਾ ਤੇ ਆਪਣਾ ਕੀ ਸਵਾਰੇਗਾ? ਜ਼ਿੰਦਗੀ ਹੀਰੇ ਜੈਸਾ ਜਨਮ ਕੌਡੀਆਂ ਦੇ ਭਾਗ ਵਾ ਦੇਵੇਗਾ, ਜੰਗਲ 'ਚ ਜਾ ਕੇ ਕੀ ਕਰੇਗਾ? ਜ਼ਿੰਦਗੀ ਦਾ ਅਰਥ ਇਹ ਨਹੀਂ ਹੈ ਕਿ ਮੈਂ ਦੁਨੀਆ ਤੋਂ ਵੱਖਰੇ ਹੋ ਕੇ ਬੈਠ ਕੇ ਰੱਬ ਰੱਬ ਕਰੀ ਜਾਵਾਂ ਤੇ ਬੜੀ ਵਧੀਆ ਜ਼ਿੰਦਗੀ ਬਣ ਜਾਏਗੀ। ਜ਼ਿੰਦਗੀ ਦਾ ਅਰਥ ਇਹ ਵੀ ਨਹੀਂ ਹੈ ਕਿ ਮੈਂ ਖਾ ਖਾ ਕੇ ਕੇਵਲ ਆਪਣੀ ਜ਼ਿੰਦਗੀ ਤੱਕ ਹੀ ਸੀਮਿਤ ਰਹਾਂ, ਬੜੀ ਵਧੀਆ ਜ਼ਿੰਦਗੀ ਬਣ ਜਾਏਗੀ। ਜ਼ਿੰਦਗੀ ਦਾ ਮਕਸਦ ਹੈ ਧਰਤੀ ਤੇ ਕੁਝ ਮਨੁੱਖਤਾ ਲਈ ਕਰਨਾ, ਸਮਾਜ ਲਈ ਕਰਨਾ, ਇਸ ਧਰਤੀ ਲਈ ਕੁਝ ਕਰਨਾ। ਨਹੀਂ ਤੇ ਇਹ ਹੀਰੇ ਵਰਗਾ ਜਨਮ ਕੌਡੀਆਂ ਦੇ ਭਾਅ ਹੀ ਚਲਿਆ ਜਾਏਗਾ। ਫਲ ਦੇ ਨਾਲ ਤੁਲਨਾ ਦਿੱਤੀ ਹੈ ਬਾਬਾ ਕਬੀਰ ਸਾਹਿਬ ਜੀ ਨੇ, ਕਬੀਰ ਮਾਨਸ ਜਨਮ ਦੁਰਲਭ ਹੈ, ਹੋਏ ਨਾ ਬਾਰੰਬਾਰ। ਫਲ ਪਰਉਪਕਾਰ ਕਰਦਾ ਹੈ, ਦੂਜਿਆਂ ਦੇ ਲਈ ਲੱਗਿਆ ਹੋਇਆ ਫਲ। ਫਲ ਨੇ ਆਪਣਾ ਰਸ ਨਹੀਂ ਮੰਨਣਾ, ਫਲ ਦਾ ਰਸ ਸਵਾਦ ਦੂਜਿਆਂ ਦੇ ਲਈ ਹੈ। ਇਹ ਜ਼ਿੰਦਗੀ ਫਲ ਵਰਗੀ ਹੈ ਤੇ ਇਹਦਾ ਰਸ ਹੀ ਜੇ ਕਿਸੇ ਨੂੰ ਨਹੀਂ ਆਇਆ, ਅਸੀਂ ਕਿਸੇ ਤੇ ਪਰਉਪਕਾਰ ਨਹੀਂ ਕੀਤਾ, ਕਿਸੇ ਦੁਖੀ ਦੀ ਮਦਦ ਨਹੀਂ ਕੀਤੀ, ਤੇ ਜਿੰਨੇ ਮਰਜ਼ੀ ਫੰਨੇ ਖਾਂ ਬਾਣੀ ਬੈਠੇ ਰਹੀਏ, ਰੱਬ ਦੀਆਂ ਨਜ਼ਰਾਂ ਤੇ ਅਸੀਂ ਅਕਾਰਥੀ ਹਾਂ। ਕੋਈ ਵਡਿਆਈ ਨਹੀਂ ਹੈ ਸਾਡੀ, ਉਹ ਅਕਾਰਥ ਹੈ ਸਭ ਕੁਝ। ਇਸ ਕਰਕੇ ਵਡਿਆਈ ਤਾਂ ਹੈ ਜੇ ਦਰਖਤ ਵਾਂਗੂ ਅਸੀਂ ਫਲ ਦਈਏ, ਵਡਿਆਈ ਤਾਂ ਹੈ ਜੇ ਪਸ਼ੂ ਵਾਂਗੂ ਅਸੀਂ ਵੀ ਪਰਉਪਕਾਰ ਕਰੀਏ, ਵਡਿਆਈ ਤਾਂ ਹੈ ਜੇ ਅਸੀਂ ਮਨੁੱਖਤਾ ਦੇ ਕਿਸੇ ਕੰਮ ਆ। ਜਿਹੜੀ ਜ਼ਿੰਦਗੀ ਮਨੁੱਖਤਾ ਦੇ ਕੰਮ ਹੀ ਨਹੀਂ ਆਈ, ਉਹ ਜ਼ਿੰਦਗੀ ਕਾਹਦੀ ਜ਼ਿੰਦਗੀ? ਉਹ ਤੇ ਮਿਲੀ ਨਾ ਮਿਲੀ ਬਰਾਬਰ ਹੈ। ਜਿਵੇਂ ਦਰਖਤ ਨੂੰ ਫਲ ਲੱਗਿਆ ਤੇ ਡਿੱਗ ਪਿਆ ਧਰਤੀ ਤੇ, ਕਿਸੇ ਅਰਥ ਨਾ ਆਇਆ, ਕਿਸੇ ਨੇ ਖਾਧਾ ਹੀ ਨਹੀਂ ਹੈ। ਇਸ ਕਰਕੇ ਗੁਰਬਾਣੀ ਕਹਿੰਦੀ ਕਿਰਤ ਕਰੋ। ਗੁਰਬਾਣੀ ਨੇ ਕਿਤੇ ਨਹੀਂ ਕਿਹਾ ਕਿ ਰੱਬ ਦੇ ਨਾਂ ਤੇ ਵਿਹਲੇ ਬੈਠੋ। ਇਹ ਵਿਹਲੇ ਬੈਠਣਾ ਗੁਰਮਤ ਦਾ ਮਾਰਗ ਹੀ ਨਹੀਂ ਹੈ। ਗੁਰਮਤ ਨੇ ਡਟ ਕੇ ਗੱਲ ਕੀ ਹੈ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਹਾ ਪਛਾਣੇ ਸੀ। ਘੱਲ ਨਾ ਕਰੋ, ਮਿਹਨਤ ਕਰਕੇ ਕੋਈ ਹੱਥੋਂ ਦੂਜਿਆਂ ਨੂੰ ਦੇਣ ਦਾ ਸੁਭਾਅ ਬਣਾਓ, ਫਿਰ ਰੱਬ ਦੇ ਰਸਤੇ ਨੂੰ ਲੱਭ ਸਕੋਗੇ। ਜਿਹੜੇ ਘਾਲਣਾ ਨਹੀਂ ਕਰਦੇ, ਗੁਰਪੀਰ ਸਦਾਏ ਫਿਰ ਮੰਗਣ ਜਾਏ, ਤਾਂ ਕਿ ਮੂਲਨ ਲੱਗੀਏ ਪਾਏ। ਆਪਣੇ ਆਪ ਨੂੰ ਖਵਾਉਂਦੇ ਨੇ ਧਾਰਮਿਕ, ਫਿਰ ਮੰਗਣ ਲਈ ਤੁਰ ਪੈਂਦੇ ਨੇ ਰੋਟੀਆਂ ਦੀ ਖਾਤਰ। ਸਤਿਗੁਰੂ ਜੀ ਕਹਿੰਦੇ ਭੁੱਲ ਕੇ ਉਹਦੇ ਨੇੜੇ ਨਾ ਚਲੇ ਜਾਓ, ਧਾਰਮਿਕ ਹੈ ਹੀ ਨਹੀਂ ਹੈ। ਰੱਬ ਕਿਰਤ ਕਰਦਾ, ਬੰਦਾ ਕਿਰਤ ਕਿਉਂ ਨਾ ਕਰੇ? ਰੱਬ ਦਾ ਬਣਾਇਆ ਬੰਦਾ ਰੱਬ ਵਰਗਾ ਹੀ ਹੋਣਾ ਚਾਹੀਦਾ। ਰੱਬ ਵਿਹਲਾ ਤਾਂ ਨਹੀਂ ਬੈਠਾ ਕਿਤੇ ਮਾਲਾ ਲੈ ਕੇ। ਰੱਬ ਤਾਂ ਏਡੇ ਵੱਡੇ ਸੰਸਾਰ ਨੂੰ ਚਲਾ ਰਿਹਾ ਹੈ, ਨਿਤ ਸਾਰੇ ਸੰਭਾਲੇ, ਨਿਤ ਸਾਡੀ ਸੰਭਾਲ ਕਰਦਾ ਹੈ। ਦੇਖੋ ਨਾ, ਸਾਡੇ ਲਈ ਅੰਨ ਪੈਦਾ ਕਰਦਾ, ਸਾਡੇ ਲਈ ਕਿੰਨਾ ਕੁਝ ਰੱਬ ਨੇ ਬਣਾਇਆ ਹੈ। ਜੇ ਰੱਬ ਕਿਰਤ ਕਰਦਾ ਤੇ ਰੱਬ ਦਾ ਇਹ ਬਣਾਇਆ ਬੰਦਾ ਕਿਰਤ ਕਿਉਂ ਨਾ ਕਰੇ ਭਲਾ? ਗੁਰਬਾਣੀ ਕਹਿੰਦੀ ਕਿਰਤ ਕਰੋ। ਗੁਰਮਤ ਦਾ ਪਹਿਲਾ ਸਿਧਾਂਤ ਹੀ ਹੈ ਕਿਰਤ ਕਰੋ। ਕਿਰਤ ਕਰੋਗੇ ਧਨ ਆਏਗਾ। ਧਨ ਤੋਂ ਬਿਨਾਂ ਜ਼ਿੰਦਗੀ ਨਹੀਂ ਚੱਲਣੀ। ਜਿਵੇਂ ਬੇੜੀ ਪਾਣੀ ਤੋਂ ਬਿਨਾਂ ਨਹੀਂ ਚੱਲਦੀ। ਪਾਣੀ ਚਾਹੀਦਾ ਹੈ, ਬੇੜੀ ਪਾਣੀ ਤੇ ਚੱਲੇਗੀ, ਪਰ ਪਾਣੀ ਬੇੜੀ ਵਿੱਚ ਨਹੀਂ ਪੈਣਾ ਚਾਹੀਦਾ, ਇਹ ਵੀ ਧਿਆਨ ਰੱਖਣਾ। ਜਦੋਂ ਪਾਣੀ ਬੇੜੀ ਵਿੱਚ ਪੈ ਗਿਆ, ਬੇੜੀ ਡੁੱਬ ਜਾਏਗੀ। ਕਈ ਵਾਰੀ ਅਸੀਂ ਮਿਹਨਤ ਬੜੀ ਕਰਦੇ ਹਾਂ, ਪੈਸਾ ਬਹੁਤ ਆ ਜਾਂਦਾ, ਉਹ ਪਾਣੀ ਬੇੜੀ 'ਚ ਹੀ ਪੈ ਜਾਂਦਾ, ਫਿਰ ਵੀ ਜ਼ਿੰਦਗੀ ਡੁੱਬ ਜਾਂਦੀ। ਪੈਸਾ ਬਹੁਤ ਆ ਗਿਆ, ਵਿਕਾਰੀ ਬਣ ਗਏ, ਹੰਕਾਰੀ ਬਣ ਗਏ, ਅਸੀਂ ਦੁਰਾਚਾਰੀ ਬਣ ਗਏ, ਜ਼ਿੰਦਗੀ ਦੀ ਬੇੜੀ ਫਿਰ ਵੀ ਡੁੱਬ ਗਈ।
ਉੱਥੇ ਪੈਸੇ ਦਾ ਕਸੂਰ ਨਹੀਂ ਹੈ, ਉਹ ਕਸੂਰ ਇਹ ਹੈ ਕਿ ਸਾਨੂੰ ਪੈਸਾ ਵਰਤਣਾ ਨਹੀਂ ਆਇਆ। ਪੈਸਾ ਬਹੁਤ ਉੱਤਮ ਚੀਜ਼ ਹੈ, ਧਰਤੀ ਤੇ ਰੱਬ ਨੇ ਬਣਾਈ ਮਨੁੱਖ ਦੇ ਲਈ, ਲੇਕਿਨ ਇਹ ਜ਼ਹਿਰ ਕਦੋਂ ਬਣਦਾ? ਕੋਈ ਵੀ ਚੀਜ਼ ਜਿਹੜੀ ਤੁਸੀਂ ਲੋੜ ਤੋਂ ਜ਼ਿਆਦਾ ਵਰਤੋਗੇ ਉਹ ਜ਼ਹਿਰ ਹੈ। ਦੁੱਧ ਜਿਹੜਾ ਹੈ ਜੇ ਤੁਸੀਂ ਲੋੜ ਤੋਂ ਜ਼ਿਆਦਾ ਪੀ ਜਾਓਗੇ ਤੁਹਾਡੇ ਲਈ ਜ਼ਹਿਰ ਬਣ ਜਾਏਗਾ, ਘਿਓ ਤੁਹਾਡੇ ਲਈ ਜ਼ਹਿਰ ਬਣ ਜਾਏਗਾ, ਮਿੱਠਾ ਤੁਹਾਡੇ ਲਈ ਲੋੜ ਤੋਂ ਜ਼ਿਆਦਾ ਜ਼ਹਿਰ ਬਣ ਹੀ ਜਾਂਦਾ ਹੈ। ਮਾੜਾ ਜਿਹਾ ਕੋਈ ਸ਼ੂਗਰ ਦਾ ਮਰੀਜ਼ ਮਿੱਠਾ ਜ਼ਿਆਦਾ ਖਾਏ ਉਹ ਲਈ ਜ਼ਹਿਰ ਹੀ ਹੈ। ਜਿਹੜੀ ਚੀਜ਼ ਲੋੜ ਤੋਂ ਜ਼ਿਆਦਾ ਲਗਾਓ ਹੋ ਜਾਏ ਵਰਤੋ, ਉਹੀ ਜ਼ਿੰਦਗੀ ਜ਼ਹਿਰ ਬਣ ਜਾਂਦੀ ਹੈ। ਜੇ ਜਿਉਣਾ ਆ ਜਾਏ ਤੇ ਜ਼ਹਿਰ ਵੀ ਅੰਮ੍ਰਿਤ ਬਣ ਸਕਦਾ ਹੈ। ਜਿਨ੍ਹਾਂ ਦੇ ਕੋਲ ਕਲਾ ਹੈ ਉਹ ਜ਼ਹਿਰ ਨੂੰ ਦਵਾਈ ਬਣਾ ਲੈਂਦੇ। ਜ਼ਹਿਰ ਤੋਂ ਦਵਾਈਆਂ ਬੜੀਆਂ ਕੀਮਤੀ ਬਣਦੀਆਂ ਨੇ। ਦੇਖੋ ਨਾ, ਸੱਪ ਖਤਰਨਾਕ ਹੈ। ਆ ਸਪੇਰੇ ਜਿਹੜੇ ਨੇ, ਜੋਗੀ ਲੋਕ ਜਿਹੜੇ ਨੇ, ਉਸੇ ਸੱਪ ਨੂੰ ਆਪਣੀ ਗੁਜਰਾਨ ਬਣਾ ਲੈਂਦੇ, ਪਟਾਰੀ ਚ ਪਾ ਕੇ ਤੁਰੇ ਫਿਰਦੇ, ਰੋਟੀ ਪਾਣੀ ਉਹਨਾਂ ਦਾ ਚੱਲਦਾ। ਸੱਪ ਤੋਂ ਉਹਨਾਂ ਲਈ ਕੋਈ ਖਤਰਨਾਕ ਨਹੀਂ ਹੈ। ਖਤਰਨਾਕ ਤੇ ਅਣਜਾਣ ਲੋਕਾਂ ਲਈ ਹੈ। ਮਾਇਆ ਖਤਰਨਾਕ ਨਹੀਂ ਹੈ, ਮਾਇਆ ਦੀ ਮਮਤਾ ਖਤਰਨਾਕ ਹੈ। ਮਾਇਆ ਖਤਰਨਾਕ ਨਹੀਂ ਹੈ, ਮਾਇਆ ਦੀ ਦੁਰਵਰਤੋਂ ਖਤਰਨਾਕ ਹੈ। ਜੇ 4 ਪੈਸੇ ਆ ਗਏ ਤੇ ਮੈਂ ਸ਼ਰਾਬਾਂ ਹੀ ਪੀਣੀਆਂ ਸ਼ੁਰੂ ਕਰਦਾ, ਖਤਰਨਾਕ ਤੇ ਉਹ ਗੱਲ ਹੈ। ਜੇ 4 ਪੈਸੇ ਆ ਗਏ ਮੈਂ ਜੂਆ ਖੇਡਣਾ ਸ਼ੁਰੂ ਕਰਦਾ, ਹੰਕਾਰ ਚੱਕ ਕੇ ਲੋਕਾਂ ਨਾਲ ਲੜਾਈਆਂ ਝਗੜੇ ਕਰਨੇ ਸ਼ੁਰੂ ਕਰਦਾ, ਖਤਰਨਾਕ ਤੇ ਇਹ ਗੱਲ ਹੈ। ਮਾਇਆ ਤਾਂ ਚੰਗੇ ਕੰਮਾਂ ਦੀ ਸੀ, ਜਿਨ੍ਹਾਂ ਕੋਲ ਮਾਇਆ ਆਉਂਦੀ ਚੰਗੀ ਵਰਤਦੇ ਉਹਨਾਂ ਦੀ ਸੁਭਾ ਜਗਤ ਵਿੱਚ ਬਣਦੀ ਹੈ। ਇਸ ਕਰਕੇ ਪੰਡਤ ਜੀ ਇਹ ਗੱਲ ਕਹਿੰਦੇ, ਹੇ ਸਤਿਗੁਰੂ ਜੀ, ਜੇ ਇਕੱਲਾ ਮੈਂ ਰੱਬ ਦਾ ਨਾਮ ਹੀ ਤੁਹਾਡੇ ਕੋਲ ਮੰਗ ਲਿਆ ਤੇ ਮੈਂ ਵਿਹਲਾ ਹੋ ਕੇ ਬੈਠ ਰਿਹਾ, ਮਾਇਆ ਨਾ ਆਈ, ਤੇ ਮਾਇਆ ਤੋਂ ਬਿਨਾਂ ਤੇ ਗੱਲ ਨਹੀਂ ਬਣਨੀ। ਮਾਇਆ ਤੋਂ ਬਿਨਾਂ ਕਿਸੇ ਨੇ ਮੇਰੀ ਬਾਤ ਨਹੀਂ ਪੁੱਛਣੀ। ਜਿਹਦੇ ਪੱਲੇ 4 ਪੈਸੇ ਨੇ ਉਹਨੂੰ ਤੇ ਸਮਾਜ ਕੋ ਬੁਲਾਉਂਦਾ ਹੀ ਨਹੀਂ ਹੈ। ਇਸ ਕਰਕੇ ਮੇਰੀ ਕੋਈ ਸ਼ੋਭਾ ਨਹੀਂ ਬਣੇਗੀ ਧਨ ਤੋਂ ਬਿਨਾਂ। ਜੇ ਧਨ ਦੇ ਨਾਮ ਨ ਦੇਵੇ, ਨਾਮ ਬਿਨਾ ਜਨ ਜਮਪੁਰ ਜਾਏ। ਮਹਾਰਾਜ ਜੇ ਇਕੱਲਾ ਤੁਸੀਂ ਧਨ ਹੀ ਦੇਤਾ ਫਿਰ ਵੀ ਕੰਮ ਖਰਾਬ ਹੋ ਜਾਣਾ। ਜੇ ਧਨ ਆ ਗਿਆ, ਰੱਬ ਦਾ ਪਿਆਰ ਨਾ ਆਇਆ, ਧਨ ਲੈ ਕੇ ਹੰਕਾਰੀ ਹੋ ਜਾਵਾਂਗਾ, ਵਿਕਾਰੀ ਹੋ ਜਾਵਾਂਗਾ, ਫਿਰ ਜਮਾਂ ਦੀ ਪੁਰੀ ਨੂੰ ਜਾਵਾਂਗਾ ਨਾ ਮੈਂ, ਮੈਨੂੰ ਜਮਾਂ ਦੀ ਮਾਰ ਪੈਗੀ। ਮਹਾਰਾਜ ਜੀ ਮੈਂ ਮੰਗਾ ਤੁਹਾਡੇ ਕੋਲੋਂ ਕੀ? ਜੇ ਨਾਮ ਮੰਗਦਾ ਧਨ ਤੋਂ ਖਾਲੀ ਰਹਿ ਜਾਣਾ, ਜੇ ਮੈਂ ਧਨ ਮੰਗਦਾ ਹਾਂ ਨਾਮ ਤੋਂ ਖਾਲੀ ਰਹਿ ਜਾਂਦਾ ਹਾਂ। ਤੁਮ ਪੈ ਕਹੀ ਨਹੀਂ ਬਨ ਆਵੇ, ਜਿਉ ਬਾਵੇ ਤਿਉ ਬਨਤ ਬਣਾਏ। ਮਹਾਰਾਜ ਜੀ ਮੈਂ ਕੀ ਮੰਗਣਾ? ਜੋ ਤੁਹਾਡੀ ਮਰਜ਼ੀ ਹੈ ਤੁਸੀਂ ਦੇ ਦਿਓ, ਏਦਾਂ ਮੰਗਿਆ ਕਰੀਏ। ਸਾਨੂੰ ਕੀ ਚਾਹੀਦਾ ਹੈ, ਕਿੰਨਾ ਚਾਹੀਦਾ ਹੈ, ਇਹ ਗੁਰੂ ਨੂੰ ਪਤਾ ਹੈ। ਜਦੋਂ ਅਸੀਂ ਕਹਿੰਦੇ ਗੁਰੂ ਅੰਤਰਜਾਮੀ ਹੈ, ਜੇ ਅੰਤਰਜਾਮੀ ਉਹਨੂੰ ਨਹੀਂ ਪਤਾ ਸਾਨੂੰ ਕੀ ਚਾਹੀਦਾ। ਜਦੋਂ ਸਾਡੇ ਮਨ 'ਚ ਇਹ ਯਕੀਨ ਨਹੀਂ ਹੁੰਦਾ, ਉਦੋਂ ਅਸੀਂ ਜ਼ੋਰ-ਜ਼ੋਰ ਦੀ ਅਰਦਾਸ ਕਰਦੇ। ਅਰਦਾਸ ਤਾਂ ਕਰਨੀ ਚਾਹੀਦੀ, ਪਰ ਅਰਦਾਸ ਇਸ ਲਈ ਨਹੀਂ ਕਿ ਲਿਸਟ ਹੀ ਸੁਣਾਈ ਜਾਓ ਗੁਰੂ ਨੂੰ ਆਪਣੀ। ਕਈ ਥਾਂ ਤੇ ਅਰਦਾਸ ਆਪਾਂ ਕਰੋਨੇ ਆ, ਉਹ ਅਰਦਾਸ ਨਾਲੋਂ ਬਹੁਤੀ ਲਿਸਟ ਬਣ ਜਾਂਦੀ ਹੈ ਸੁਣਾਉਣ ਦੇ ਲਈ ਲੋਕਾਂ ਨੂੰ। ਗੁਰੂ ਕੋਲ ਲਿਸਟ ਨਹੀਂ ਲੈ ਕੇ ਆਉਣਾ ਆਪਾਂ, ਗੁਰੂ ਕੋਲ ਆਪਣੀ ਵੇਦਨ ਲੈ ਕੇ ਆਉਣਾ ਕਿ ਸਤਿਗੁਰੂ ਜੀ ਆਪਣੇ ਚਰਨਾਂ ਦਾ ਪਿਆਰ ਬਖਸ਼ੋ, ਸਾਡੇ ਅੰਦਰ ਸੰਤੋਖ ਆਏ। ਜੋ ਕੁਝ ਸਾਨੂੰ ਮਿਲਣਾ ਹੈ, ਗੁਰਬਾਣੀ ਕਹਿੰਦੀ ਹੈ ਕਿ ਜ਼ਿੰਦਗੀ ਦੇ ਅੰਦਰ ਜੋ ਕੁਝ ਰੱਬ ਨੇ ਦੇਣਾ ਹੈ ਉਹ ਦੇ ਦੇਣਾ ਹੈ। ਕਿੰਨਾ ਦੇਣਾ ਹੈ ਉਹਨੂੰ ਪਤਾ ਹੈ, ਕਿੰਨਾ ਚਾਹੀਦਾ ਹੈ ਉਹਨੂੰ ਪਤਾ ਹੈ। ਅਸੀਂ ਉਹਦੇ ਯੋਗ ਬਣ ਜਾਈਏ। ਇਹ ਨਹੀਂ ਹੈ ਕਿ ਅਸੀਂ ਗੁਰੂ ਕੋਲੋਂ ਸੁੱਖ ਮੰਗੀਏ ਜਾਂ ਹੋਰ ਚੀਜ਼ਾਂ ਮੰਗੀਏ। ਅਸੀਂ ਗੁਰੂ ਪਾਸੋਂ ਇਹ ਯੋਗਤਾ ਮੰਗੀਏ ਕਿ ਜੋ ਕੁਝ ਹੈ ਉਹਦੇ ਅਸੀਂ ਯੋਗਤਾ ਹੋ ਸਕੀਏ। ਜੋ ਕੁਝ ਰੱਬ ਨੇ ਦਿੱਤਾ ਯੋਗ ਹੈਗੇ ਅਸੀਂ। ਮੈਨੂੰ ਸੋਹਣਾ ਘਰ ਰੱਬ ਨੇ ਦਿੱਤਾ ਹੈ ਕਿ ਮੈਂ ਉਹ ਘਰ ਦੇ ਰਹਿਣ ਦੇ ਯੋਗ ਹੈਗਾ। ਜਿੰਨਾ ਵਧੀਆ ਘਰ ਮੈਨੂੰ ਦਿੱਤਾ ਹੈ ਉਨੀ ਯੋਗਤਾ ਮੇਰੀ ਹੈਗੀ। ਇਹ ਸੋਚਣਾ ਪਏਗਾ ਮੈਨੂੰ। ਜਿੰਨਾ ਵਧੀਆ ਮੈਨੂੰ ਰੁਤਬਾ ਦਿੱਤਾ ਕਿ ਉਹ ਰੁਤਬੇ ਦੇ ਮੈਂ ਪੱਧਰ ਦਾ ਹੈਗਾ, ਮੈਂ ਉਹਦੇ ਯੋਗ ਹੈਗਾ, ਮੈਂ ਰੁਤਬੇ ਤੇ ਬੈਠ ਕੇ ਉਹ ਕੰਮ ਕਰ ਰਿਹਾ। ਜੇ ਬੈਠ ਗਿਆ ਮੈਂ ਵੱਡੇ ਰੁਤਬੇ ਤੇ ਕੰਮ ਨੀਵਿਆਂ ਵਾਲੇ ਕਰਾਂ, ਫਿਰ ਤੇ ਰੁਤਬੇ ਦੀ ਵੀ ਬੇਕਦਰੀ ਨਾ। ਅੱਜ ਬਹੁਤ ਸਾਰੇ ਰਾਜਨੀਤਿਕ ਜਾਂ ਧਾਰਮਿਕ ਰੁਤਬਿਆਂ ਤੇ ਮੇਰੇ ਵਰਗੇ ਬੈਠੇ ਰੁਤਬਿਆਂ ਦੀ ਬੇਕਦਰੀ ਕਰ ਰਹੇ ਨੇ। ਉਹਨਾਂ ਰੁਤਬਿਆਂ ਦੀ ਗੌਰਵਤਾ ਦਾ ਨਹੀਂ ਪਤਾ। ਸਮਾਜ ਜਾਂ ਮੁਲਕ ਡੁੱਬਦਾ ਕਦੋਂ ਹੈ? ਜਦੋਂ ਅਯੋਗ ਲੋਕ ਜਿਹੜੇ ਨੇ ਚੰਗੇ ਰੁਤਬਿਆਂ ਤੇ ਬੈਠ ਜਾਂਦੇ ਨੇ, ਉਹ ਰੁਤਬਿਆਂ ਦੀ ਗੌਰਵਤਾ ਨੂੰ ਨੀਵੇਂ ਕਰ ਦਿੰਦੇ ਨੇ। ਰੁਤਬਾ ਕੋਈ ਮਾੜਾ ਨਹੀਂ ਹੈ। ਇਸ ਕਰਕੇ ਜੋ ਕੁਝ ਸਾਡੇ ਕੋਲ ਹੈ, ਅਰਦਾਸ ਕਰੀਏ ਅਸੀਂ ਉਹਦੇ ਯੋਗ ਬਣ ਸਕੀਏ। ਜੋ ਕੁਝ ਰੱਬ ਨੇ ਦਿੱਤਾ ਹੈ ਅਸੀਂ ਇਹੋ ਜਿਹੇ ਯੋਗ ਬਣ ਜਾਈਏ ਕਿ ਰੱਬ ਆਪ ਹੀ ਕਹੇ ਕਿ ਤੈਨੂੰ ਇਹ ਕੋਈ ਚਾਹੀਦਾ, ਤੇਰੀ ਯੋਗਤਾ ਜ਼ਿਆਦਾ ਹੈ। ਕਈ ਵਾਰੀ ਪਤਾ ਕੀ ਹੁੰਦਾ, ਕੋਈ ਬੰਦਾ ਬੜਾ ਇੰਟੈਲੀਜੈਂਟ ਹੁੰਦਾ ਹੈ, ਬੜਾ ਪੜ੍ਹਿਆ ਲਿਖਿਆ ਹੁੰਦਾ ਹੈ, ਉਹ ਕਿਤੇ ਨਿੱਕੇ ਰੁਤਬੇ ਤੇ ਜਾਏ ਤੇ ਮਾਲਕ ਦੇਖ ਕੇ ਕਹਿੰਦਾ ਯਾਰ ਤੂੰ ਇੱਥੇ ਵਧੀਆ ਨਹੀਂ ਲੱਗਦਾ, ਤੇਰੀ ਤੇ ਲਿਆਕਤ ਬੜੀ ਹੈ, ਤੂੰ ਵੱਡੀ ਕੁਰਸੀ ਤੇ ਬੈਠਾ ਹੀ ਚੰਗਾ ਲੱਗਦਾ। ਬੜੀਆਂ ਘਟਨਾਵਾਂ ਵਾਪਰਦੀਆਂ ਨੇ ਕਿ ਤੂੰ ਐਸ ਕੁਰਸੀ ਤੇ ਬੈਠਾ ਚੰਗਾ ਲੱਗਦਾ ਹੈ। ਬਿਲਕੁਲ ਆਪਾਂ ਜ਼ਿੰਦਗੀ 'ਚ ਇਹੋ ਜਿਹੇ ਬਣ ਜਾਈਏ ਕਿ ਰੱਬ ਆਪੇ ਕਹੇ ਕਿ ਤੂੰ ਤੇ ਇਹਦੇ ਯੋਗ ਹੈ, ਤੈਨੂੰ ਇਹ ਕੁਝ ਚਾਹੀਦਾ। ਆਪਾਂ ਯੋਗ ਬਣਾਂਗੇ ਤੇ ਸਭ ਕੁਝ ਆਈ ਜਾਏਗਾ। ਜਦੋਂ ਅਯੋਗ ਆ ਤੇ ਜਿੰਨੇ ਮਰਜ਼ੀ ਰੌਲੇ ਪਾਈ ਜਾਈਏ, ਅਰਦਾਸਾਂ ਕਰੀਏ, ਫਿਰ ਕੁਝ ਵੀ ਨਹੀਂ ਆਏਗਾ। ਕੇਵਲ ਅਰਦਾਸ ਕੀਤਿਆਂ ਨਹੀਂ ਬਣਨਾ,
ਅਰਦਾਸ ਕਰਨੀ ਹੈ। ਅਰਦਾਸ ਦੇ ਨਾਲ ਆਪਾਂ ਇਹ ਕਹਿਣਾ ਕਿ ਸਤਿਗੁਰੂ ਜੀ ਅਸੀਂ ਇਹਦੇ ਯੋਗ ਹੋ ਸਕੀਏ। ਜੋ ਸਾਨੂੰ ਚਾਹੀਦਾ ਹੈ, ਜਿੰਨਾ ਸਾਨੂੰ ਚਾਹੀਦਾ ਹੈ, ਉਹ ਗੁਰੂ ਨੂੰ ਪਤਾ ਹੈ। ਬਸ ਅਸੀਂ ਉਹਦੇ ਯੋਗ ਬਣ ਜਾਈਏ, ਗੁਰੂ ਆਪਣੇ ਆਪ ਦਾਤਾਂ ਬਖਸ਼ੀ ਜਾਂਦਾ ਹੈ। ਸੋ ਪੰਡਤ ਜੀ ਕਹਿੰਦਾ ਮਹਾਰਾਜ ਮੈਂ ਤੁਹਾਡੇ ਕੋਲ ਕੀ ਮੰਗਾ, ਜੋ ਤੁਹਾਨੂੰ ਠੀਕ ਲੱਗਦਾ ਹੈ ਨਾ ਆਪ ਹੀ ਕਿਰਪਾ ਕਰ ਦਿਓ, ਤੁਸੀਂ ਆਪ ਹੀ ਜਾਣਦੇ ਤੁਸੀਂ ਕੀ ਦੇਣਾ ਹੈ ਜੀ। ਗੁਰ ਅਮਰਦਾਸ ਤੇਜੋ ਕੇ ਨੰਦਨ, ਦੋਨੋਂ ਨਿਰਮਲ ਪਖ ਚਲਾਏ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਕਿ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਤੇਜੋ, ਸਤਿਗੁਰੂ ਜੀ ਦੇ ਪਿਤਾ ਦਾ ਨਾਂ ਸੀ ਤੇਜਭਾਨ। ਭਾਈ ਸਾਹਿਬ ਜੀ ਨੇ ਸਿੱਧਾ ਨਾਮ ਲਿਖਤਾ ਤੇਜੋ। ਤੇਜੋ ਕੇ ਨੰਦਨ ਭਾਵ ਤੇਜਭਾਨ ਜੀ ਦੇ ਪੁੱਤਰ ਗੁਰੂ ਅਮਰਦਾਸ ਜੀ ਦੋਨੋਂ ਨਿਰਮਲ ਪੱਖ ਚਲਾਏ। ਪੰਡਤ ਬੇਨਤੀ ਕਰ ਰਿਹਾ ਹੈ ਮਹਾਰਾਜ ਜੀ ਨਾਮ ਦੇਹ ਧਨ ਨਾ ਦੇਹ ਜਨ ਕੋ, ਧਨ ਬਿਨਾ ਜਨ ਜਗ ਨਾ ਸਹਾਏ। ਜੋ ਧਨ ਦੇ ਨਾਮ ਨਾ ਦੇਹ ਜਨ ਕੋ, ਨਾਮ ਬਿਨਾ ਜਨ ਜੰਪੁਰ ਭਜ ਜਾਏ। ਤੋ ਪਹਿ ਕਹੀ ਨਹੀਂ ਬਨ ਆਵੇ, ਜਿਉ ਭਾਵੇ ਤਿਉ ਬਣਤ ਬਣਾਏ। ਅਮਰਦਾਸ ਤੇਜੋ ਕੇ ਨੰਦਨ ਦੋਨੋਂ ਨਿਰਮਲ ਪੱਖ ਚਲਾਏ, ਪੰਥ ਚਲਾਏ। ਸਤਿਗੁਰੂ ਗੁਰੂ ਅਮਰਦਾਸ ਜੀ ਤੁਸੀਂ ਕਿਰਪਾ ਕਰ ਦਿਓ, ਦੋਵਾਂ ਪਾਸਿਆਂ ਤੋਂ ਨਿਰਮਲਤਾ ਦੇ ਦਿਓ। ਧਨ ਵੀ ਆਏ ਪਰ ਮੈਂ ਨਿਰਮਲ ਰਵਾਂ, ਮੈਨੂੰ ਕਾਲਖ ਨਾ ਲੱਗੇ ਮੋਹ ਮਾਇਆ ਦੀ। ਧਨ ਦੇ ਵਿੱਚ ਰਹਿ ਕੇ ਇਵੇਂ ਜਿਵੇਂ ਕਾਲਖ ਦੀ ਕੋਠੜੀ 'ਚ ਕੋਈ ਬੰਦਾ ਕਾਲਖ ਨਾਲ ਲਿਬੜਦਾ ਨਹੀਂ ਹੈ, ਧਨ ਦਾ ਹੰਕਾਰ ਨਾ ਆਏ, ਧਨ ਮਾੜੇ ਪਾਸੇ ਨਾ ਜਾਏ। ਧਨ ਦਿਓ ਪਰ ਧਨ ਵਿੱਚ ਵੀ ਮੈਂ ਨਿਰਮਲ ਰਵਾਂ, ਮੈਲਾ ਨਾ ਹੋਵਾਂ। ਇਸੇ ਤਰੀਕੇ ਦੇ ਨਾਲ ਮੇਰਾ ਹਿਰਦਾ ਵੀ ਨਿਰਮਲ ਕਰ ਦਿਓ, ਪਰਮਾਤਮਾ ਦੇ ਪਿਆਰ ਜੁੜ ਜਾਵਾਂ। ਸਤਿਗੁਰੂ ਜੀ ਦੇ ਚਰਨਾਂ 'ਚ ਇਵੇਂ ਬੇਨਤੀ ਪੰਡਤ ਦੁਰਗਾ ਦੱਤ ਜੀ ਨੇ ਕੀਤੀ ਹੈ। ਸਤਨਾਮ ਜੇ ਦੇਵੇ ਜਨ ਕੋ, ਰਹਿ ਦਰ ਦੀ ਪਾਏ ਨਾ ਧਨ ਕੋ। ਭਾਈ ਸੰਤੋਖ ਸਿੰਘ ਜੀ ਇਹ ਪੰਡਤ ਜੀ ਦੇ ਬਚਨਾਂ ਦੇ ਅਰਥ ਕਰਦੇ ਨੇ ਕਿ ਜੇ ਮਹਾਰਾਜ ਤੁਸੀਂ ਨਾਮ ਦੇ ਦਿੱਤਾ ਤੇ ਮੈਂ ਦੁਨਿਆਵੀ ਧਨ ਤੋਂ ਵਾਂਝਾ ਰਹਿ ਜਾਵਾਂਗਾ, ਮੇਰੇ ਕੋਲ ਦੁਨਿਆਵੀ ਗਰੀਬੀ ਮੇਰੀ ਕੱਟੀ ਨਹੀਂ ਜਾਏਗੀ। ਇਹਾਂ ਲੋਕ ਬਰਤਾਬ ਨ ਜਾਣੈ, ਹੈ ਰੰਗ ਹੀਨੋ ਪਹਿਚਾਨੈ। ਇਸ ਕਰਕੇ ਦੁਨੀਆ ਮੇਰੀ ਕੋਈ ਵਡਿਆਈ ਨਹੀਂ ਜਾਣੇਗਾ। ਜਦੋਂ ਅਸੀਂ ਕਹਿੰਦੇ ਨਾ ਨਾਮ ਜਪੋ, ਨਾਮ ਦੇ ਨਾਂ ਤੇ ਇੱਕ ਬਹੁਤ ਵੱਡਾ ਸਾਡੇ ਮਨਾਂ 'ਚ ਖਿਆਲ ਜਿਹੜਾ ਸਪਸ਼ਟ ਕਰਨ ਵਾਲਾ, ਹੁਣ ਮੈਂ ਕੰਮ ਨਾ ਕਰਾਂ, ਮੈਂ ਕਿਰਤ ਨਾ ਕਰਾਂ, ਜਾਂ ਮੈਂ ਸਰੀਰਕ ਤੌਰ ਤੇ ਕੋਈ ਢਿੱਲਾ ਹਾਂ, ਮੈਂ ਉਹਦੇ ਲਈ ਕੋਈ ਦਵਾਈ ਲਈ ਕੋਈ ਤੰਦਰੁਸਤ ਹੋਣ ਦਾ ਯਤਨ ਨਾ ਕਰਾਂ। ਕੋਈ ਮੈਨੂੰ ਕਹੇ ਇਕੱਲਾ ਨਾਮ ਜਪੀ ਜਾ ਤੂੰ ਤੰਦਰੁਸਤ ਹੋ ਜਾਏਗਾ, ਗੁਰਬਾਣੀ ਦੇ ਨੇ ਇਦਾਂ ਨਹੀਂ ਕਿਹਾ। ਨਾਮ ਜਪਣ ਦਾ ਅਰਥ ਕੀ ਹੈ? ਨਾਮ ਜਪਣ ਦਾ ਅਰਥ ਹੈ ਕਿ ਉਸ ਪਰਮਾਤਮਾ ਨੂੰ ਚੇਤੇ ਕਰਦੇ ਹਾਂ ਜੋ ਸਾਡੀ ਜ਼ਿੰਦਗੀ ਦਾ ਨਿਯਮ ਹੈ, ਜੋ ਸਾਡੀ ਜ਼ਿੰਦਗੀ ਦਾ ਕਾਇਦਾ ਕਾਨੂੰਨ, ਉਹਨੂੰ ਅਪਣਾਉਣਾ। ਨਾਮ ਦਾ ਅਰਥ ਵਿਹਲੇ ਬੈਠਣਾ ਨਹੀਂ ਹੈ ਕਿ ਮੈਂ ਮਾਲਾ ਹੀ ਫੇੜੀ ਜਾਵਾਂ ਤੇ ਤੰਦਰੁਸਤ ਹੋ ਜਾਵਾਂਗਾ, ਇਹ ਨਹੀਂ ਹੈ। ਮਾਲਾ ਫੇਰਨਾ ਮੁਬਾਰਕ ਹੈ। ਨਾਮ ਜਪਣ ਦਾ ਅਰਥ ਇਹ ਹੈ ਕਿ ਪ੍ਰਮਾਤਮਾ ਨੂੰ ਚੇਤੇ ਕਰਕੇ ਕਿ ਰੱਬ ਨੇ ਇੰਨੀ ਵਧੀਆ ਮੈਨੂੰ ਜ਼ਿੰਦਗੀ ਦਿੱਤੀ ਹੈ, ਇਹ ਦੇਹੀ ਦੀ ਕੋਈ ਸੰਭਾਲ ਕਰਾਂ, ਕੋਈ ਸਰੀਰ ਨਾਲ ਸੇਵਾ ਕਰ ਲਾਂ, ਕੋਈ ਸਰੀਰ ਨਾਲ ਕਿਰਤ ਕਰਨਾ। ਕਿਰਤ ਕਰਨਾ ਵੀ ਤੇ ਨਾਮ ਜਪਣਾ ਹੀ ਹੈ, ਦੂਜਿਆਂ ਦੀ ਸੇਵਾ ਕਰਨਾ ਵੀ ਤੇ ਨਾਮ ਜਪਣਾ। ਨਾਮ ਜਪਣ ਦਾ ਅਰਥ ਰੱਬ ਨੂੰ ਚੇਤੇ ਕਰਨਾ। ਇਸ ਕਰਕੇ ਨਾਮ ਜਪਣ ਦਾ ਇਹ ਵੀ ਅਰਥ ਨਹੀਂ ਕਿ ਮੈਂ ਕੰਮ ਨਾ ਕਰਾਂ ਤੇ ਮੇਰੇ ਕੋਲ ਉਦਾਂ ਹੀ ਧਨ ਦੇ ਢੇਰ ਲੱਗ ਜਾਣ। ਉਹ ਗੱਲ ਵੱਖਰੀ ਕਿ ਮੈਂ ਲੋਕਾਂ ਨੂੰ ਐਵੇਂ ਪਖੰਡ ਸਖੰਡ ਜਿਹਾ ਕਰਕੇ ਨਾਲ ਜੋੜ ਕੇ ਪੈਸੇ ਲਈ ਜਾਵਾਂ, ਉਹ ਇੱਕ ਵੱਖਰਾ ਮਸਲਾ ਹੈ ਜਿਵੇਂ ਧਰਮ ਦੀ ਦੁਨੀਆ 'ਚ ਹੋ ਰਿਹਾ ਹੈ। ਪਰ ਨਾਮ ਦਾ ਇਹ ਵੀ ਅਰਥ ਨਹੀਂ ਕਿ ਮੈਂ ਕੰਮ ਨਾ ਕਰਾਂ ਤੇ ਉਦਾਂ ਹੀ ਪੈਸੇ ਆਈ ਜਾਣਗੇ। ਸਤਿਗੁਰੂ ਜੀ ਨੇ ਕਿਰਤ ਕਰਨ ਦੀ ਗੱਲ ਕਹੀ ਹੈ। ਨਾਮ ਜਪੋ, ਉਦੋਂ ਪਹਿਲਾਂ ਕਿਹਾ ਕਿਰਤ ਕਰੋ। ਨਾਮ ਜਪੋ, ਵੰਡ ਕੇ ਛਕੋ। ਇਹ ਤਿੰਨ ਮੁੱਖ ਸਿਧਾਂਤ ਨੇ ਗੁਰਮਤਿ ਦੇ, ਜਿਨ੍ਹਾਂ ਦੇ ਅੰਦਰ ਸਾਰੀ ਗੁਰਮਤਿ ਦਾ ਨਿਚੋੜ ਬੰਦ ਕੀਤਾ ਹੋਇਆ ਹੈ, ਜਿਹਨੂੰ ਆਪਾਂ ਕਹਿੰਦੇ ਗਾਗਰ ਦੇ ਵਿੱਚ ਸਾਗਰ ਬੰਦ ਕਰ ਦਿੱਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ। ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ। ਇਸ ਕਰਕੇ ਪੰਡਤ ਜੀ ਕਹਿੰਦੇ ਜੇ ਮਹਾਰਾਜ ਮੇਰੇ ਕੋਲ ਧਨ ਨਾ ਆਇਆ ਤੇ ਜ਼ਿੰਦਗੀ 'ਚ ਕੋਈ ਸ਼ੋਭਾ ਨਹੀਂ ਬਣਨੀ, ਵਡਿਆਈ ਨਹੀਂ ਬਣਨੀ। ਤੁਮਰੀ ਦਾਤ ਨਾ ਜਾਣੈ ਕੋਈ, ਸੁਖ ਪਰਲੋਕ ਨ ਪਾਵੈ ਸੋਈ। ਫਿਰ ਤੁਹਾਡੀ ਦਾਤ ਦਾ ਕੀ ਪਤਾ ਲੱਗੇਗਾ? ਕਿੰਨੀ ਵਧੀਆ ਗੱਲ ਪੰਡਤ ਜੀ ਨੇ ਕਹੀ। ਕਿਸੇ ਨੂੰ ਕੀ ਪਤਾ ਲੱਗੇਗਾ ਕਿ ਗੁਰੂ ਅਮਰਦਾਸ ਜੀ ਦੀ ਬਖਸ਼ਿਸ਼ ਹੋਈ, ਤੁਸੀਂ ਨਾਮ ਦੇ ਦਿੱਤਾ, ਪਰਲੋਕ ਦਾ ਸੁੱਖ ਮਿਲ ਗਿਆ ਮੈਨੂੰ। ਇਸ ਦੁਨੀਆ 'ਚ ਮੈਂ ਧੱਕੀ ਖਾਂਦਾ ਰਿਹਾ, ਗਰੀਬੀ ਹੰਢਾਉਂਦਾ ਰਿਹਾ, ਤੇ ਕਿਸੇ ਨੂੰ ਕੀ ਪਤਾ ਲੱਗੇਗਾ ਕਿ ਮੈਂ ਗੁਰੂ ਦਾ ਸੇਵਕ ਹਾਂ। ਗੁਰੂ ਦਾ ਸੇਵਕ ਕੰਗਾਲ ਤਾਂ ਨਹੀਂ ਹੋਣਾ ਚਾਹੀਦਾ, ਗੁਰੂ ਦਾ ਸੇਵਕ ਧਨ ਤੋਂ ਹੀਣਾ ਤਾਂ ਨਹੀਂ ਹੋਣਾ ਚਾਹੀਦਾ। ਮਹਾਰਾਜ ਜੀਓ ਕਿਸੇ ਨੂੰ ਕੀ ਪਤਾ ਲੱਗੇਗਾ। ਇਸ ਕਰਕੇ ਤੁਸੀਂ ਮੈਨੂੰ ਇਸ ਤਰ੍ਹਾਂ ਦੀ ਦਾਤ ਬਖਸ਼ੋ ਕਿ ਦੁਨਿਆਵੀ ਤੌਰ ਤੇ ਵੀ ਮੇਰਾ ਦਿਲ ਕੱਟਿਆ ਜਾਏ ਤੇ ਆਤਮਿਕ ਤੌਰ ਤੇ ਵੀ ਮੈਂ ਪ੍ਰਮਾਤਮਾ ਦੇ ਆਨੰਦ ਵਿੱਚ ਲਿਵਲੀਨ ਹੋ ਜਾਵਾਂ। ਜੇ ਕਰ ਧਨ ਦੇਵੋ ਦਿਜ ਜਨ ਕੋ, ਭੋਗੈ ਅਨ ਕਰੀਤ ਵਿਸ਼ਯਨ ਕੋ। ਜੇ ਮਹਾਰਾਜ ਕੱਲਾ ਧਨ ਦੇਤਾ ਫਿਰ ਮੈਂ ਵਿਸ਼ੇ ਵਿਕਾਰਾਂ 'ਚ ਪੈ ਜਾਵਾਂਗਾ। ਧਨ ਦਾ ਇੱਕ ਸੁਭਾਵ ਹੈ, ਜੇ ਤੁਸੀਂ ਕਮਾਇਆ ਨਹੀਂ ਆਪ,
ਅਗਲੀ ਗੱਲ, ਜੇ ਤੁਹਾਡੇ ਅੰਦਰ ਰੱਬ ਦਾ ਕੋਈ ਪਿਆਰ ਨਹੀਂ ਹੈ, ਚੰਗੇ ਸੰਸਕਾਰ ਨਹੀਂ ਹੈ, ਫਿਰ ਧਨ ਜਿਹੜਾ ਉਹ ਮਾੜੇ ਪਾਸੇ ਹੀ ਜਾਂਦਾ ਹੈ। ਔਗਣਾਂ 'ਚ ਹੀ ਬੰਦਾ ਉਹਨੂੰ ਖਰਚਦਾ ਹੈ, ਵਿਕਾਰਾਂ 'ਚ ਹੀ ਉਸ ਨੂੰ ਉਡਾਉਂਦਾ ਹੈ। ਦੋਨੋਂ ਲੋਕ ਆਪ ਕੋ ਦਾਨ, ਬਿਦਤੇ ਜਨ ਪਾਵੇ ਕਲਿਆਣ। ਮਹਾਰਾਜ ਜੀ, ਦੋਵੇਂ ਲੋਕ ਤੁਹਾਡੇ ਹੱਥ 'ਚ ਨੇ, ਜੇ ਤੁਸੀਂ ਬਖਸ਼ਿਸ਼ ਕਰਦੇ ਹੋ ਤੇ ਕਲਿਆਣ ਹੋ ਜਾਏਗੀ। ਕਹਿਨ ਬਨੈ ਨੈ ਰਾਵਰ ਪਾਸ, ਜਿਮ ਜਾਨੋ ਤਿਮ ਪੂਰੋ ਆਸ। ਮਹਾਰਾਜ ਜੀ, ਮੇਰਾ ਤੇ ਕੋਈ ਕਹਿਣਾ ਹੀ ਨਹੀਂ ਬਣਦਾ, ਤੁਹਾਡੇ ਅੱਗੇ ਮੈਂ ਕੀ ਕਰਾਂ, ਤੁਸੀਂ ਆਪ ਹੀ ਜਾਣਦੇ ਹੋ। ਭੱਟਾ ਨੇ ਇੱਕ ਬੜੀ ਪਿਆਰੀ ਗੱਲ ਕੀ, ਮਹਾਰਾਜ ਚਿਤ ਚਿਤੋਂ ਅਰਦਾਸ ਕਰੋ ਪਰ ਕਹਿ ਪੀ ਨਾ ਸਕੋ। ਮੇਰਾ ਜੀ ਕਰਦਾ ਸੀ ਅਰਦਾਸ ਕਰਾਂ ਸਤਿਗੁਰੂ ਜੀ ਤੁਹਾਡੇ ਕੋਲ ਆ ਕੇ, ਪਰ ਮੈਂ ਹੁਣ ਕਰ ਨਹੀਂ ਸਕਦਾ। ਉਹਦਾ ਕਾਰਨ ਕਿ ਸਰਬ ਚਿੰਤ ਤੁਧ ਪਾਸ, ਸਾਧ ਸੰਗਤ ਹਉ ਤੱਕੋਂ। ਮੈਂ ਸਾਧ ਸੰਗਤ 'ਚ ਆ ਕੇ ਦੇਖਿਆ, ਤੁਹਾਨੂੰ ਤੇ ਸਾਰਿਆਂ ਦੀ ਚਿੰਤਾ ਬੜੀ ਪਹਿਲਾਂ ਹੀ, ਤੁਸੀਂ ਤੇ ਪਹਿਲਾਂ ਹੀ ਸਾਡਾ ਬੜਾ ਫਿਕਰ ਰੱਖਦੇ ਹੋ, ਫਿਰ ਸਾਨੂੰ ਕਹਿਣ ਦੀ ਕੀ ਲੋੜ ਹੈ। ਉਹ ਤੇ ਬਿਨ ਬੋਲਿਆ ਸਭ ਕਿਛ ਜਾਣਦਾ, ਕਿਛ ਆਗੇ ਕੀਚੈ ਅਰਦਾਸ। ਉਹ ਬਿਨਾਂ ਬੋਲਣ ਤੋਂ ਜਾਣਦਾ ਹੈ। ਜੇ ਮੇਰੇ 'ਚ ਲਿਆਕਤ ਨਹੀਂ ਹੈ, ਯੋਗਤਾ ਨਹੀਂ ਹੈ, ਮੈਂ ਅਰਦਾਸ ਕਰੀ ਜਾਵਾਂ ਤੇ ਮੈਂ ਅੱਗੇ ਨਹੀਂ ਵੱਧ ਜਾਵਾਂਗਾ। ਉਹ ਯੋਗਤਾ ਮੰਗਣੀ ਸਤਿਗੁਰੂ ਪਾਸੋਂ, ਉਸ ਦੇ ਯੋਗ ਹੋਣ ਦਾ ਯਤਨ ਕਰਨਾ। ਇਸ ਕਰਕੇ ਪੰਡਤ ਜੀ ਕਹਿੰਦੇ, ਮਹਾਰਾਜ ਮੈਂ ਅਰਦਾਸ ਨਹੀਂ ਕਰਦਾ, ਤੁਸੀਂ ਜਿਵੇਂ ਬਖਸ਼ਿਸ਼ ਕਰਨੀ ਕਰਦੇ ਹੋ ਜੀ, ਤੁਹਾਡੇ ਹੱਥ ਵਿੱਚ ਹੈ ਇਹ। ਵੇਖ ਸਤਿਗੁਰ ਦਿਜ ਕੀ ਚਤੁਰਾਈ, ਭੈ ਬਰਸਨ ਤਨਕ ਮੁਸਕਾਈ। ਸਤਿਗੁਰੂ ਜੀ ਮੁਸਕਰਾਏ ਕਿ ਪੰਡਤ ਜੀ ਬੜੇ ਸਿਆਣੇ ਨੇ, ਸੂਝਵਾਨ ਨੇ, ਇਹ ਕੋ ਬਹੁਤੇ ਹੋਛੇ ਨਹੀਂ, ਸੰਤੋਖ ਵਾਲੇ ਪੰਡਤ ਨੇ। ਪਹਿਲਾਂ ਤੇ ਸੰਤੋਖ ਪੰਡਤ ਜੀ ਦਾ ਉਦੋਂ ਹੀ ਨਿਕਲ ਆਇਆ ਜਦੋਂ ਅੱਜ ਤੋਂ 12-13 ਸਾਲ ਪਹਿਲਾਂ ਸਤਿਗੁਰੂ ਜੀ ਨੇ ਕਿਹਾ ਸੀ, ਪੰਡਤ ਜੀ ਮੰਗ ਲਓ ਕੀ ਚਾਹੀਦਾ, ਕਿਉਂਕਿ ਤੁਸੀਂ ਦੱਸਦੇ ਆ, ਹੱਥ ਦੇਖਦੇ ਆ ਕੋਈ ਦਸ਼ਣਾ। ਤੇ ਪੰਡਤ ਜੀ ਕਹਿੰਦੇ ਨਹੀਂ, ਜਦੋਂ ਸਮਾਂ ਆਏਗਾ ਆਪੇ ਮੰਗ ਲਵਾਂਗਾ। ਹੁਣ ਵੀ ਜਦੋਂ ਸਤਿਗੁਰੂ ਜੀ ਨੇ ਮੰਗਣ ਲਈ ਕਿਹਾ ਕਿ ਮਹਾਰਾਜ ਜੋ ਤੁਸੀਂ ਬਖਸ਼ਣਾ ਆਪੇ ਬਖਸ਼ ਦਿਓ, ਤੇ ਸਤਿਗੁਰੂ ਜੀ ਪ੍ਰਸੰਨ ਹੋਏ, ਮੁਸਕਰਾਏ ਪੰਡਤ ਜੀ ਦੀ ਸਿਆਣਪ ਨੂੰ ਦੇਖ ਕੇ। ਕਹਿਓ ਬਾਕ ਦੋਨੋਂ ਤੁਮ ਲਿਓ, ਪ੍ਰਾਪਤ ਹੋਏ ਸੁਖ ਅਬੈ ਜਸ਼ੇ ਹੋ। ਸਤਿਗੁਰੂ ਜੀ ਕਹਿਣਗੇ, ਪੰਡਤ ਜੀ ਚਲੋ ਦੋਵੇਂ ਹੀ ਤੁਹਾਨੂੰ ਮਿਲ ਗਏ, ਤੁਹਾਨੂੰ ਦੁਨਿਆਵੀ ਸੁੱਖ ਵੀ ਸ਼ੋਭਾ ਵੀ ਮਿਲੇਗੀ, ਤੁਹਾਡਾ ਪਰਲੋਕ ਵੀ ਸੁਹੇਲਾ ਹੋ ਜਾਏਗਾ। ਇਹ ਗੱਲ ਚੇਤੇ ਰੱਖੀਏ, ਜੇ ਲੋਕ ਵਿਗੜਿਆ ਤੇ ਪਰਲੋਕ ਕਿਵੇਂ ਸਵਰੇਗਾ। ਪਹਿਲਾਂ ਲੋਕ ਵੀ ਸਵਰਨਾ ਚਾਹੀਦਾ ਹੈ। ਸੰਸਾਰ 'ਚ ਰਹਿਣ ਦੇ ਲਈ ਸਾਡੀ ਸਰੀਰਕ ਤੰਦਰੁਸਤੀ ਚਾਹੀਦੀ ਹੈ, ਸਮਾਜਿਕ ਤੌਰ ਤੇ ਸਾਡਾ ਮਾਣ ਤਾਣ ਚਾਹੀਦਾ ਹੈ, ਕਾਰੋਬਾਰ ਚਾਹੀਦਾ ਹੈ, ਪਰਿਵਾਰ ਚਾਹੀਦਾ ਹੈ। ਸਤਿਗੁਰੂ ਜੀ ਨੇ ਉਹਨਾਂ ਦੇ ਪ੍ਰਥਾਏ ਗੱਲ ਕਹੀ ਹੈ, ਜਿਹੜੇ ਸਮਾਜ ਤੋਂ ਭੱਜ ਕੇ ਜੰਗਲਾਂ 'ਚ ਤੇ ਤੀਰਥਾਂ ਤੇ ਬੈਠ ਗਏ। ਕਲਗੀਧਰ ਪਾਤਸ਼ਾਹ ਕਹਿੰਦੇ, ਲੋਕ ਗਇਓ ਪਰ ਲੋਕ ਗਵਾਇਓ। ਉਹਨਾਂ ਨੇ ਲੋਕ ਜਿਨੇ ਅੱਜ ਵਿਗਾੜ ਲਿਆ, ਉਹਦਾ ਕੱਲ ਕਿਵੇਂ ਸਵਰੇਗਾ। ਅੱਜ ਦਾ ਆਨੰਦ ਮਾਣੋ ਨਾ, ਅੱਜ ਤੁਹਾਡੇ ਕੋਲ ਹੈ, ਅੱਜ ਨੂੰ ਜਿਓ, ਅੱਜ ਦੇ ਵਿੱਚ ਤੁਸੀਂ ਰਹੋ। ਜੇ ਅੱਜ ਵਿਗੜ ਗਿਆ, ਕੱਲ ਦੇ ਬਦਲੇ ਕਈ ਲੋਕੀ ਕੱਲ ਹੀ ਅਰਦਾਸਾਂ ਕਰਦੇ ਰਹਿੰਦੇ, ਕੱਲ ਵਧੀਆ ਹੋ ਜਾਏ, ਚੰਗੀ ਗੱਲ ਹੈ, ਪਰ ਜਦੋਂ ਕੱਲ ਆਉਂਦਾ ਉਹਨੂੰ ਫਿਰ ਅਗਲੇ ਕੱਲ ਦੀ ਚਿੰਤਾ ਲੱਗ ਜਾਂਦੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕੱਲ ਦਾ ਆਨੰਦ ਫਿਰ ਖਤਮ ਹੋ ਜਾਂਦਾ। ਕੱਲ ਹੀ ਮੈਂ ਕੁਝ ਚੀਜ਼ਾਂ ਮੰਗੀਆਂ, ਕੱਲ ਆਇਆ, ਫਿਰ ਅਗਲੇ ਕੱਲ ਹੀ ਮੰਗਣ ਲੱਗ ਪਿਆ, ਤੇ ਜੋ ਮਿਲਿਆ ਉਹਦਾ ਆਨੰਦ ਫਿਰ ਨਹੀਂ ਮਾਣਿਆ। ਉਹ ਫਿਰ ਕੱਲ ਕਰਦਿਆਂ ਜ਼ਿੰਦਗੀ ਖਤਮ ਹੋ ਜਾਂਦੀ ਹੈ। ਇਸ ਕਰਕੇ ਗੁਰਬਾਣੀ ਕਹਿੰਦੀ, ਕਾਲ ਕਰਨ ਤਾਂ ਅਵੈ ਕਰ, ਅੱਜ ਵਿੱਚ ਜਿਉਣਾ, ਅੱਜ ਵਾਹਿਗੁਰੂ ਜੀ ਦੇ ਪਾਰ ਜੁੜਨਾ, ਅੱਜ ਜ਼ਿੰਦਗੀ ਦਾ ਰਸ ਅਸੀਂ ਮਾਣਨਾ। ਇਸ ਕਰਕੇ ਸਤਿਗੁਰੂ ਜੀ ਕਹਿਣਗੇ, ਪੰਡਤ ਜੀ ਜ਼ਿੰਦਗੀ ਦਾ ਆਨੰਦ ਮਾਣੋਗੇ, ਜਸ ਵੀ ਮਿਲੇਗਾ, ਵਡਿਆਈ ਮਿਲੇਗੀ, ਸੁਭਾ ਮਿਲੇਗੀ, ਪਰਲੋਕ ਵੀ ਸੁਹੇਲਾ ਹੋ ਜਾਏਗਾ ਤੁਹਾਡਾ। ਜਬ ਲੋ ਜੀਵੋ ਧਨ ਬੋ ਪਾਵੋ, ਸਿਮਰੋ ਸਤਨਾਮ ਲਿਵ ਲਾਵੋ। ਉਹ ਪੰਡਤ ਜੀ ਸੱਚ ਦੇ ਮਾਰਗ ਤੇ ਚੱਲੋ। ਪੰਡਤ ਜੀ ਜ਼ਿੰਦਗੀ ਅੰਦਰ ਸੱਚ ਦੀ ਕਿਰਤ ਕਰੋ, ਧਨ ਦੀ ਕਮੀ ਵੀ ਕੋਈ ਨਹੀਂ ਰਹੇਗੀ ਤੁਹਾਡੇ ਕੋਲ। ਅੰਤ ਸਮੈ ਜਬ ਨੈ ਦਰਸੈ ਹੋ, ਪੁੰਨਵਾਨ ਕੇ ਲੋਕ ਸਦੇ ਹੋ। ਅਖੀਰ ਵੇਲੇ ਜਮ ਤੁਹਾਡੇ ਨੇੜੇ ਨਹੀਂ ਆਉਣਗੇ। ਦੁਨੀਆ ਦੇ ਵਿੱਚ ਤੁਹਾਡੀ ਇੰਨੀ ਸੁਭਾ ਬਣੇਗੀ, ਤੁਹਾਡੀ ਵਡਿਆਈ ਬਣ ਜਾਏਗੀ। ਬਰਲੇ ਕਰਦ ਜਬਰ ਹਰ ਖਾਇਬ, ਜਨਮ ਮਰਨ ਸੰਦੇਹ ਮਿਟਾਇਬ। ਸਤਿਗੁਰੂ ਜੀ ਦੇ ਇਹ ਬਖਸ਼ਿਸ਼ ਭਰੇ ਬਚਨ ਸੁਣੇ ਤੇ ਪੰਡਤ ਜੀ ਬਹੁਤ ਪ੍ਰਸੰਨ ਹੋਏ ਕਿ ਗੁਰੂ ਦੀ ਬਖਸ਼ਿਸ਼ ਹੋ ਗਈ। ਦੇਖੋ ਪੰਡਤ ਜੀ, ਪੰਡਤ ਨੇ ਇੱਕ ਐਵੇਂ ਵਿਦਿਆ ਹੈ ਉਹਨਾਂ ਕੋਲ, ਉਹ ਕੋਈ ਅਵਤਾਰ ਨਹੀਂ, ਪੈਗੰਬਰ ਨਹੀਂ ਕਿ ਪੰਡਤ ਨੂੰ ਹੀ ਮੱਥਾ ਟੇਕੀ ਜਾਓ। ਉਹਨਾਂ ਕੋਲ ਇੱਕ ਗਿਆਨ ਹੈ, ਜਿਵੇਂ ਆਮ ਵਿਦਿਆ ਹੁੰਦੀ, ਕੋਈ ਜਿਓਮੈਟਰੀ ਪੜ੍ਹ ਲੈਂਦਾ, ਕੋਈ ਡਰਾਇੰਗ ਪੜ੍ਹ ਲੈਂਦਾ, ਕੋਈ ਸਾਇੰਸ ਪੜ੍ਹ ਲੈਂਦਾ, ਕੋਈ ਡਾਕਟਰ ਬਣ ਜਾਂਦਾ, ਕੋਈ ਇੰਜੀਨੀਅਰ ਬਣ ਜਾਂਦਾ। ਅੱਜ ਵੀ ਹੈ ਨੇ, ਆਪਾਂ ਦੇਖਦੇ ਹਾਂ ਜਿਹੜੇ ਟੇਵੇ ਟੂਵੇ ਲਾ ਕੇ ਦੱਸਦੇ ਨੇ, ਆਪਣੀਆਂ ਕਿਤਾਬਾਂ ਖੋਲ ਕੇ ਦੱਸਦੇ ਨੇ, ਉਹ ਉਹਨਾਂ ਦੀ ਇੱਕ ਵਿਦਿਆ ਹੈ। ਸਮੁੰਦਰਕ ਵਿਦਿਆ ਵੀ ਇਹਨੂੰ ਕਿਹਾ ਜਾਂਦਾ ਸੀ, ਹੁਣ ਸ਼ਾਇਦ ਕੀ ਕਹਿੰਦੇ ਹੋਣ। ਲੇਕਿਨ ਪੰਡਤ ਜੀ ਕੋਈ ਇਹ ਨਹੀਂ ਹੈ ਕਿ ਕੋਈ ਫੂਕ ਮਾਰਨਗੇ ਤੇ ਕਿਸੇ ਨੂੰ ਰਾਜਾ ਬਣਾ ਦੇਣਗੇ, ਕਿਸੇ ਦੇ ਸਿਰ ਤੇ ਛਤਰ ਚੱਲ ਜਾਏਗਾ, ਫਿਰ ਆਪਣੇ ਤੇ ਚੁਲਾ ਲੈਂਦੇ, ਆਪਣੀ ਗਰੀਬੀ ਕੱਟ ਲੈਂਦੇ। ਲੇਕਿਨ ਪੰਡਤ ਜੀ ਅੰਦਰੋਂ ਨੇਕ ਨੇ, ਚੰਗੀ ਨੀਅਤ ਵਾਲੇ ਨੇ, ਸੁਚੱਜੇ ਨੇ,
ਉਹਨਾਂ ਤੇ ਗੁਰੂ ਦੀ ਬਖਸ਼ਿਸ਼ ਹੋ ਗਈ ਹੈ। ਨਮਸਕਾਰ ਕਰ ਸਦਨ ਸਿਧਾਰਾ ਤਬ ਤੇ ਪ੍ਰਾਪਤ ਦਰਬ ਉਦਾਰਾ। ਗੁਰੂ ਸਾਹਿਬਾਨ ਦੇ ਚਰਨਾਂ ਤੇ ਨਮਸਕਾਰ ਕਰਕੇ ਘਰ ਨੂੰ ਚਲੇ ਗਏ। ਗੁਰੂ ਦੇ ਮਾਰਗ ਤੇ ਚੱਲ ਕੇ ਇਹਨਾਂ ਨੂੰ ਹਮੇਸ਼ਾ ਸੁੱਖ ਮਿਲਿਆ, ਵਡਿਆਈ ਮਿਲੀ, ਕਦੀ ਮਿਲੀ ਕੋਈ ਇਹਨਾਂ ਨੂੰ। ਸਗਰੀ ਚਿੰਤਾ ਹਿਰਦੇ ਬਿਨਾਸੀ ਅਨਕ ਬਾਦ ਗੇਲੇ ਸੁਖ ਰਾਸੀ। ਇਸ ਦੇ ਉੱਪਰ ਗੁਰੂ ਦੀ ਮਿਹਰ ਹੋ ਜਾਏ। ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰੂ ਕੀ ਨੀ ਕਿਰਪਾ ਹਰ ਨਾਮ ਲਿਓ। ਜਿਸ ਤੇ ਗੁਰੂ ਦੀ ਬਖਸ਼ਿਸ਼ ਹੋ ਜਾਏ ਫਿਰ ਉਸ ਨੂੰ ਕਾਹਦੀ ਚਿੰਤਾ ਹੈ। ਜਿਹਦੇ ਸਿਰ ਤੇ ਗੁਰੂ ਹੋਵੇ, ਸਿਰ ਤੇ ਗੁਰੂ ਕਦੋਂ ਜਦ ਅਸੀਂ ਗੁਰੂ ਕੇ ਬਚਨ ਮੰਨਾਂਗੇ, ਸਿਰ ਉੱਪਰ ਠਾਡਾ ਗੁਰ ਸੂਰਾ ਨਾਨਕ ਤਾਕੇ ਕਾਲ ਜੁਗਾ। ਜੇ ਸਾਡੇ ਮਨ ਅੰਦਰ ਇੱਕ ਭਰੋਸਾ ਹੋਏ ਕਿ ਸਾਡਾ ਗੁਰੂ ਸਾਡੇ ਨਾਲ ਹੈ, ਗੁਰੂ ਸਾਡੇ ਨਾਲ ਜਦੋਂ ਹੋਏਗਾ ਅਸੀਂ ਗੁਰੂ ਕੀ ਬਾਣੀ ਤੇ ਭਰੋਸਾ ਕਰਾਂਗੇ, ਗੁਰੂ ਕੀ ਬਾਣੀ ਨੂੰ ਪਿਆਰ ਕਰਾਂਗੇ, ਗੁਰੂ ਕੀ ਬਾਣੀ ਨੂੰ ਪੜਾਂਗੇ। ਜਦੋਂ ਗੁਰੂ ਕੀ ਬਾਣੀ ਸਾਡੇ ਨਾਲ ਹੈ ਤੇ ਗੁਰੂ ਸਾਡੇ ਨਾਲ ਹੈ। ਜਿਹਦੇ ਨਾਲ ਗੁਰੂ ਕੀ ਬਾਣੀ ਹੈ, ਜਿਹੜਾ ਰੋਜ਼ ਗੁਰੂ ਕੇ ਬਚਨ ਪੜਦਾ ਹੈ, ਮਾਨੋ ਕੀ ਟੇਕ ਬਿਰਤੀ ਸਭ ਜਾਨ ਕੇਵਲ ਕੋ ਇੱਕ ਹੈ ਭਗਵਾਨ। ਜਿਸਕੇ लिए रहे अघाए और न कृष्ण लागे आए, मारे राखे एको आप मानव कह के च नहीं आप। रोज गुरु के बचन पढ़ने बुरा एक दे बुझाई, सबना जीना का एक दाता सो मैं जिसना जाई। ਉਹਨੂੰ ਚਿੰਤਾ ਕਰਨੀ ਹੈ ਭਾਈ, ਉਹਦੇ ਤੇ ਗੁਰੂ ਦੀ ਰਹਿਮਤ ਹੈ, ਗੁਰੂ ਕੇ ਬਚਨ ਉਹਦੇ ਨਾਲ ਨੇ, ਅੰਗ ਸੰਗ ਨੇ। ਇਸ ਕਰਕੇ ਪੰਡਤ ਜੀ ਵੀ ਗੁਰੂ ਕੇ ਬਚਨਾਂ ਨੂੰ ਹਿਰਦੇ 'ਚ ਵਸਾ ਕੇ ਸਦਾ ਆਨੰਦ ਵਿੱਚ ਚਲੇ ਗਏ। ਅੰਤ ਸਮਾ ਜਬ ਪ੍ਰਾਪਤ ਹੋਵਾ ਨਹੀਂ ਨਰਕ ਕੋ ਸੰਕਟ ਜੋਆ। ਅਖੀਰਲੇ ਵੇਲੇ ਤੱਕ ਸੁਖੀ ਰਹੇ ਤੇ ਜਿਵੇਂ ਐ ਨਹੀਂ ਡਰ ਦਿੱਤਾ ਜਾਂਦਾ। ਖਾਸ ਕਰਕੇ ਧਾਰਮਿਕ ਲੋਕਾਂ ਨੇ ਤੇ ਬਹੁਤ ਡਰਾਇਆ ਹੈ ਕਿ ਤੂੰ ਨਰਕਾਂ 'ਚ ਹੀ ਜਾਏਗਾ, ਇੰਨੇ ਨਰਕ ਭੋਗਣੇ ਪੈਂਦੇ ਨੇ, ਇੰਨੀ ਅੱਗ ਲੰਘਣੀ ਪੈਂਦੀ, ਇੰਨੇ ਨਰਕਾਂ ਦੀ ਇੰਨੀ ਤਰ੍ਹਾਂ ਦੀ ਅੱਗ ਹੈ। ਇਹ ਡਰਾਉਣ ਲਈ ਹੈ। ਉਹ ਜ਼ਿੰਦਗੀ ਦੀ ਅੱਗ ਤੋਂ ਬਚੀਏ, ਅਸੀਂ ਦੁੱਖਾਂ ਤੋਂ, ਚਿੰਤਾ ਤੋਂ ਬਚ ਜਾਈਏ, ਵਿਕਾਰਾਂ ਤੋਂ, ਬੁਰਾਈਆਂ ਤੋਂ ਬਚ ਜਾਈਏ। ਇਹ ਅੱਗ ਬੜੀ ਖਤਰਨਾਕ ਹੈ। ਉਹ ਅੱਗ ਤੇ ਦੇਖੋ ਜਿਹੜੇ ਗਏ ਉਹ ਤੇ ਮੁੜ ਕੇ ਨਹੀਂ ਆਏ, ਤੇ ਜਿਹੜੇ ਇੱਥੇ ਬੈਠੇ ਜੇ ਜਾਣਗੇ ਆਉਣਾ ਇਹਨਾਂ ਵੀ ਨਹੀਂ, ਤੇ ਉਹ ਅੱਗ ਦਾ ਕਿਵੇਂ ਪਤਾ ਲੱਗ ਗਿਆ ਉੱਥੇ ਅੱਗ ਬਲਦੀ ਹੈ ਜਾਂ ਉੱਥੇ ਇੰਨਾ ਚਿਰ ਲੱਗਦਾ ਹੈ। ਇਹ ਸਿਰਫ ਇੱਕ ਮਨੁੱਖ ਨੂੰ ਡਰਾਉਣ ਦੇ ਲਈ ਹੈ। ਅੱਗ ਹੁਣ ਬਲਦੀ ਸਾਡੇ ਅੰਦਰ, ਜਿਉ ਤਪਤ ਹੈ ਬਾਹਰੋਂ ਬਾਹਰ, ਤਬ ਤਬ ਖਪੇ ਬਹੁਤ ਬੇਕਾਰ। ਜੈ ਤਨ ਬਾਣੀ ਵਿਸਰ ਜਾਏ, ਜੋ ਪਕਰ ਰੋਗੀ ਵਿਲ ਲਾਏ। ਕਾਇਆ ਆਰਣ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗਰੀ। ਪੰਜ ਤਰ੍ਹਾਂ ਦੀ ਅੱਗ, ਕ੍ਰੋਧ ਦੀ ਅੱਗ ਹੈ, ਈਰਖਾ ਦੀ ਅੱਗ ਹੈ, ਹੰਕਾਰ ਦੀ ਅੱਗ ਹੈ, ਲੋਭ ਦੀ ਅੱਗ ਹੈ, ਕਾਮ ਦੀ ਅੱਗ। ਅੱਗ ਤੇ ਹੋਣ ਬਲ ਰਹੀ ਹੈ ਕਈ ਤਰ੍ਹਾਂ ਦੀ। ਇਸ ਅੱਗ ਤੋਂ ਬਚ ਗਏ, ਹੋਰ ਅੱਗ ਦਾ ਕੋਈ ਡਰ ਨਹੀਂ ਹੈ ਸਾਨੂੰ। ਇਸ ਕਰਕੇ ਪੰਡਿਤ ਜੀ ਦੇ ਬਖਸ਼ਿਸ਼ ਹੋਈ, ਇਸ ਜ਼ਿੰਦਗੀ ਅੰਦਰ ਉਹਨਾਂ ਦਾ ਜੀਵਨ ਸੁਖੀ ਤੇ ਪ੍ਰਲੋਕ ਵੀ ਸੁਹੇਲਾ ਹੋ ਗਿਆ। ਤਹਾਂ ਰਾਤਰ ਬਸ ਕਰ ਗੋਸਾਈ, ਬਈ ਪ੍ਰਾਤ ਜਾਗੇ ਸਮੁਦਾਈ। ਸਤਿਗੁਰੂ ਜੀ ਇੱਕ ਰਾਤ ਇੱਥੇ ਰਹੇ ਜਿਸ ਪਿੰਡ ਦੇ ਪੰਡਿਤ ਜੀ ਸਨ, ਤੇ ਜਦੋਂ ਦਿਨ ਚੜਿਆ ਸੁੱਖਾਂ ਦੇ ਦਾਤੇ ਸਤਿਗੁਰੂ ਜੀ ਫਿਰ ਤਿਆਰ ਹੋ ਕੇ ਚੱਲ ਪਏ। ਨਿਤ ਕੀ ਕਿਰਿਆ ਕੀਨ ਇਸ਼ਨਾਨੇ, ਸੰਗਤ ਭੀਰ ਸੰਗ ਪ੍ਰਸਥਾਨੇ। ਹਰ ਰੋਜ਼ ਦਾ ਜੋ ਸਤਿਗੁਰੂ ਜੀ ਦਾ ਨੇਮ ਸੀ, ਅੰਮ੍ਰਿਤ ਵੇਲੇ ਇਸ਼ਨਾਨ ਕੀਤਾ, ਵਾਹਿਗੁਰੂ ਜੀ ਦੇ ਪਿਆਰ ਜੁੜੇ, ਸਤ ਸੰਗਤ ਹੋਈ, ਦੀਵਾਨ ਲੱਗਿਆ ਹੈ। ਸਨੇ ਸਨੇ ਮਗ ਸੀ ਪ੍ਰਕਾਰ, ਨਿਤ ਉਠ ਚਲੇ ਗੁਰੂ ਸੁਖਕਾਰ। ਫਿਰ ਸੰਗਤ ਨੇ ਅੱਗੇ ਚਾਲੇ ਪਰ ਦਿੱਤੇ, ਸਹਿਜੇ ਸਹਿਜੇ ਪੜਾ ਦਰ ਪੜਾ ਸਫ਼ਰ ਨੂੰ ਤੈਅ ਕਰਦੇ ਆ। ਧੰਨ ਗੁਰੂ ਅਮਰਦਾਸ ਜੀ ਸੰਗਤ ਸਮੇਤ ਚਲੇ ਜਾ ਰਹੇ ਹਨ। ਪ੍ਰਾਪਤ ਭਏ ਬਿਲੋਕਤ ਦੇਸ਼, ਬੋਲਤ ਜੈ ਜੈਕਾਰ ਅਸ਼ੇਸ਼। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰੇ ਰਸਤੇ ਨੂੰ ਲੰਘ ਕੇ ਨਾ ਆਪਣੇ ਪੰਜਾਬ ਦੀ ਧਰਤੀ ਤੇ ਆ ਗਏ, ਦੁਆਬੇ ਵਿੱਚ ਆ ਪਹੁੰਚੇ ਹਨ। ਚੜੇ ਤਰੀ ਪਰ ਹੋਏ ਪਾ ਹੋਏ ਪਾਰ, ਦੇਸ਼ ਦੁਆਬੇ ਕੇਰ ਮਜਾਰ। ਤਰੀ ਕਹਿੰਦੇ ਨੇ ਬੇੜੀ ਨੂੰ। ਬੇੜੀ ਤੇ ਬੈਠੇ ਸਤਿਗੁਰੂ ਜੀ ਹੋਰ ਸੰਗਤਾਂ ਵੀ ਦਰਿਆ ਸਤਲੁਜ ਨੂੰ ਪਾਰ ਕੀਤਾ, ਦੁਆਬੇ ਵਿੱਚ ਜਾ ਵੜੇ ਹਨ। ਸਨੇ ਸਨੇ ਲੰਘਿਓ ਜਬ ਸਾਰੋ, ਤੀਰ ਬਿਪਾਸਾ ਆਨ ਨਿਹਾਰੋ। ਸਹਿਜੇ ਸਹਿਜੇ ਇਹ ਸਫ਼ਰ ਵੀ ਪੂਰਾ ਕੀਤਾ, ਦਰਿਆ ਬਿਆਸਾ ਦੇ ਕੰਢੇ ਤੇ ਆ ਪਹੁੰਚੇ ਹਨ। ਗੋਇੰਦਵਾਲ ਜਬੈ ਸੁਧਿਆਈ, ਰਾਮਦਾਸ ਲੈ ਨਰ ਸਮੁਦਾਈ। ਜਦੋਂ ਪਤਾ ਲੱਗਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਆ ਰਹੇ ਨੇ, ਅੱਗੋਂ ਦੀ ਸੰਗਤਾਂ ਚੱਲ ਪਈਆਂ ਹਨ। ਭਾਈ ਸਾਹਿਬ ਜੀ ਨੇ ਲਿਖਿਆ ਕਿ ਰਾਮਦਾਸ ਜੀ ਅੱਗੋਂ ਦੀ ਆਏ, ਪਰ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਜਦੋਂ ਸਤਿਗੁਰੂ ਜੀ ਤੀਰਥਾਂ ਤੇ ਗਏ, ਰਾਮਦਾਸ ਜੀ ਨਾਲ ਹੀ ਸਨ। ਸਤਿਗੁਰੂ ਗੁਰੂ ਰਾਮਦਾਸ ਜੀ ਨੇ ਇਸ ਤੀਰਥ ਯਾਤਰਾ ਦਾ ਹਾਲ ਗੁਰਬਾਣੀ 'ਚ ਅੰਕਿਤ ਕੀਤਾ ਹੈ। ਇਤਿਹਾਸ ਲਿਖਿਆ ਹੈ ਕਿ ਤੀਰਥ ਉਦਮ ਸਤਿਗੁਰ ਕੀਆ, ਸਭ ਲੋਕ ਉਦਾਹਰਨ ਅਰਥਾ। ਪ੍ਰਥਮਾਏ ਕੁਲ ਖੇਤ, ਦੁਤੀਆ ਜਮਨ ਗਏ। ਇਸ ਤਰ੍ਹਾਂ ਸਤਿਗੁਰੂ ਜੀ ਦੇ ਇਹ ਸਾਰੇ ਥਾਵਾਂ ਦਾ ਵੇਰਵਾ ਗੁਰਬਾਣੀ 'ਚ ਅੰਕਿਤ ਹੈ। ਇਤਿਹਾਸਕ ਘਟਨਾਵਾਂ ਤੁਖਾਰੀ ਰਾਗ ਵਿੱਚ ਸਤਿਗੁਰੂ ਜੀ ਨੇ ਅੰਕਿਤ ਕੀਤੀਆਂ ਹਨ। ਜੋਤਿ ਉਤਸ਼ਾਇਆ ਗਾਰੀ ਚਾਲੇ, ਬੜੇ ਸ਼ਬਦ ਕਰ ਪ੍ਰੇਮ ਵਿਸਾਲੇ। ਸੰਗਤ ਬੜੇ ਉਤਸ਼ਾਹ ਨਾਲ ਅੱਗੋਂ ਦੀ ਆਈ,
ਗੁਰਬਾਣੀ ਦੇ ਸ਼ਬਦ ਪੜ੍ਹਦੇ ਹਾਂ ਗੁਰੂ ਸਾਹਿਬ ਜੀ ਨੂੰ ਮਿਲਣ ਦੇ ਲਈ। ਦਰਸ਼ਨ ਕਰੇ ਜਾਏ ਸੁਖ ਰਾਸੀ ਦਰੇ ਅਕੋਰ ਚਰਨ ਕੇ ਪਾਸੀ। ਸੰਗਤਾਂ ਦੂਰੋਂ ਦੂਰੋਂ ਆ ਕੇ ਪਿੰਡਾਂ ਨਗਰਾਂ ਤੋਂ ਸਤਿਗੁਰੂ ਜੀ ਨੂੰ ਮਿਲੀਆਂ, ਗੁਰੂ ਕੇ ਦੀਦਾਰ ਕਰਨ ਦੇ ਲਈ ਭੇਟਾਵਾਂ ਅਰਪਣ ਕਰਕੇ ਮਿਲਦੀਆਂ ਹਨ। ਸਭ ਕੀ ਕੁਸ਼ਲ ਬੂਝ ਸਤਕਾਰੇ ਰਾਮਦਾਸ ਸੋਭਾ ਕੇ ਉਚਾਰੇ। ਸਾਰਿਆਂ ਦੀ ਰਾਜੀ ਖੁਸ਼ੀ ਪੁੱਛੀ ਹੈ, ਸਤਿਗੁਰੂ ਜੀ ਨੇ ਬੜਾ ਸਤਿਕਾਰ ਦਿੱਤਾ ਹੈ। ਤੇ ਸ੍ਰੀ ਰਾਮਦਾਸ ਜੀ, ਜਿਨ੍ਹਾਂ ਨੂੰ ਭਾਈ ਜੇਠਾ ਜੀ ਵੀ ਕਿਹਾ ਜਾਂਦਾ ਸੀ, ਨਾਂ ਉਹਨਾਂ ਦਾ ਰਾਮਦਾਸ ਜੀ ਸੀ। ਜੇਠਾ ਵੱਡੇ ਬੱਚੇ ਨੂੰ ਕਿਹਾ ਜਾਂਦਾ ਹੈ, ਆਪਣੇ ਘਰਾਂ 'ਚ ਜਿਹੜੇ ਵੱਡੇ ਬੱਚੇ ਹੁੰਦੇ ਨੂੰ ਜੇਠਾ ਕਹਿੰਦੇ ਸਨ ਪਹਿਲਾਂ, ਇਸ ਕਰਕੇ ਜੇਠਾ ਜੀ ਵੀ ਨਾਮ ਪ੍ਰਚਲਿਤ ਹੋ ਗਿਆ। ਉਹਨਾਂ ਨੂੰ ਸਤਿਗੁਰੂ ਜੀ ਨੇ ਕਿਹਾ ਹੈ, ਤੁਮ ਕੋ ਗਏ ਸੌਂਪ ਸਭ ਕਾਰੀ ਕੁਸ਼ਲ ਸੰਗ ਸੋ ਭਲੇ ਸੰਸਾਰੀ। ਭਾਈ ਗੋਇੰਦਵਾਲ ਦਾ ਕੀ ਹਾਲ ਚਾਲ ਹੈ? ਇੱਥੇ ਸਾਰੇ ਰਾਜੀ ਖੁਸ਼ੀ ਹਨ। ਆਨੰਦ ਸੰਭੇਤ ਅਬਰ ਸਭ ਹੈ ਗੋਇੰਦਵਾਲ ਵਿਖੇ ਜੇ ਇਹ ਰਹਿ। ਜਿਹੜੇ ਗੋਇੰਦਵਾਲ 'ਚ ਰਹਿਣ ਵਾਲੇ ਨੇ ਉਹ ਸੁਖ ਸਮੇਤ ਨੇ, ਸਾਰਿਆਂ ਦੀ ਰਾਜੀ ਖੁਸ਼ੀ ਸਤਿਗੁਰੂ ਜੀ ਨੇ ਪੁੱਛੀ ਹੈ। ਜਿਵੇਂ ਸਤਿਗੁਰੂ ਜੀ ਗੋਇੰਦਵਾਲ 'ਚ ਪ੍ਰਵੇਸ਼ ਕਰਦੇ ਨੇ, ਸੰਗਤਾਂ 'ਚ ਉਤਸ਼ਾਹ ਪਿਆਰ ਜਾਗਦਾ ਹੈ। ਤੇ ਗੋਇੰਦਵਾਲ ਵਿੱਚ ਰਹਿ ਕੇ ਸਤਿਗੁਰੂ ਜੀ ਜੋ ਪਰਉਪਕਾਰ ਕਰਦੇ ਨੇ, ਇਹ ਵਾਰਤਾ ਆਪ ਜੀ ਕੱਲ੍ਹ ਨੂੰ ਸਰਵਣ ਕਰੋਗੇ ਜੀ। ਅੱਜ ਦੀਆਂ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲ ਚੁੱਕ ਦੀ ਖਿਮਾ ਕਰਨੀ, ਗੁਰਬਾਣੀ ਕੀਰਤਨ ਦਾ ਆਨੰਦ ਮਾਣੋ ਜੀ। ਪਿਆਰ ਸਹਿਤ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।